नमस्कार आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम पैसा तेला विच मैं हाँ तरनजीत कौर घुम्मण। दोस्तों ਜਦੋਂ ਤੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਹੈ ਕਿਸੇ ਨੇ ਇਹ ਸਭ ਦੇਖਿਆ ਨਹੀਂ ਸੀ, ਕਿਸੇ ਨੇ ਸੋਚਿਆ ਨਹੀਂ ਸੀ ਕਿ ਇੰਨਾ ਜ਼ਿਆਦਾ ਜਿਹੜਾ ਲੰਬਾ ਸਫ਼ਰ ਹੈ ਸਾਨੂੰ ਪੈਂਡੈਮਿਕ ਦੇ ਨਾਲ ਕੱਢਣਾ ਪਏਗਾ। ਪਹਿਲਾਂ ਫਰਸਟ ਵੇਵ ਆਈ, बहुत सारे बिजनेसिस ਇਹਦੇ ਨਾਲ ਪ੍ਰਭਾਵਿਤ ਹੋਏ, बहुत ਸਾਰੀਆਂ ਨੌਕਰੀਆਂ ਗਈਆਂ। ਇਸ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਛੇਤੀ ਤੋਂ ਛੇਤੀ ਇਹ ਸਭ ਕੁਝ ਬੰਦ ਹੋਏਗਾ ਤੇ ਅਦਾਰੇ ਮੁੜ ਤੋਂ ਖੁੱਲਣੇ ਸ਼ੁਰੂ ਹੋਣਗੇ। ਪਰ ਇਸ ਦੌਰਾਨ ਜਿਵੇਂ ਕੇਸਿਸ ਘਟੇ ਉਸ ਤਰੀਕੇ ਦੇ ਨਾਲ ਅਦਾਰੇ ਵੀ ਖੁੱਲਣੇ ਸ਼ੁਰੂ ਹੋਏ। ਪਰ ਸੈਕੰਡ ਵੇਵ ਨੇ ਇਸ ਕਦਰ ਸਭ ਨੂੰ ਦੁਬਾਰਾ ਹਿੱਟ ਕੀਤਾ ਹੈ ਕਿ ਕਈ ਅਦਾਰੇ ਅਜਿਹੇ ਨੇ, ਕਈ ਬਿਜ਼ਨਸਿਸ ਸਮਾਲ ਬਿਜ਼ਨਸਿਸ ਅਜਿਹੇ ਨੇ ਜਿਹੜੇ ਕਿ ਹਮੇਸ਼ਾ ਲਈ ਬੰਦ ਹੋ ਗਏ। ਸਰਕਾਰ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਨੂੰ ਮੁੜ ਤੋਂ ਖੋਲ੍ਹਿਆ ਜਾਵੇ, ਨੌਕਰੀਆਂ ਮੁੜ ਤੋਂ ਬਹਾਲ ਹੋ ਸਕਣ। ਸੋ ਅੱਜ ਅਸੀਂ ਅਜਿਹੇ ਕਈ ਮੁੱਦਿਆਂ ਨੂੰ ਅਸੀਂ ਛੂਵਾਂਗੇ। ਨਾਲ ਦੀ ਨਾਲ ਪੈਂਡੈਮਿਕ ਦੇ ਦੌਰਾਨ ਕੈਨੇਡਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਗੱਲਬਾਤ ਕਰਾਂਗੇ। ਕਿਹੜੇ ਨਵੇਂ ਬੈਨੀਫਿਟਸ ਸੈਕੰਡ ਵੇਵ ਦੇ ਦੌਰਾਨ ਐਲਾਨੇ ਗਏ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਬੈਨੀਫਿਟਸ ਲੈਣ ਤੋਂ ਬਾਅਦ ਜਦੋਂ ਵਾਰੀ ਆਉਂਦੀ ਹੈ ਟੈਕਸ ਦੇਣ ਦੀ, ਉਸ ਦੌਰਾਨ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਪਏਗਾ ਤੇ ਟੈਕਸ ਦੇਣ ਵੇਲੇ ਕੀ ਪੂਰਾ ਇਹ ਤਾਣਾ ਬਾਣਾ ਹੋਏਗਾ, ਸਾਡੇ ਲਈ ਕਿੰਨਾ ਕੁ ਸਹੀ ਹੋਏਗਾ, ਕਿੰਨਾ ਕੁ ਕਾਰਗੁਜ਼ਾਰ ਸਾਬਿਤ ਹੋਏਗਾ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਜੀ ਇਹਨਾਂ ਮਸਲਿਆਂ ਉੱਤੇ ਗੱਲਬਾਤ ਕਰਨ ਲਈ सरदार अरविंदर कलसी फ्रॉम जो कि एक फाइनेंशियल एडवाइजर ने, उन्होंने ਅਸੀਂ ਗੱਲਬਾਤ ਕਰਾਂਗੇ। बहुत बहुत स्वागत है सर। थैंक यू वेरी मच तरनजीत जी और तमाम व्यूअर्स ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ ਜੀ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਜੀ ਇੱਕ ਲਾਈਵ ਪ੍ਰੋਗਰਾਮ ਹੈ, ਇਸ ਦੌਰਾਨ ਤੁਸੀਂ ਵੀ ਕੋਈ ਫਾਈਨੈਂਸ਼ੀਅਲ ਐਡਵਾਈਸ ਲੈਣਾ ਚਾਹੁੰਦੇ ਹੋ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸਰ ਆਪਾਂ ਅਕਸਰ ਹਰ ਫਰਾਈਡੇ ਜਿਹੜਾ ਆ ਮੰਥ ਦਾ ਆਖਰੀ ਫਰਾਈਡੇ ਹੁੰਦਾ, ਆਪਾਂ ਕੁਝ ਫਾਈਨੈਂਸ਼ੀਅਲ ਡਿਸਕਸ਼ਨ ਕਰਦੇ ਹਾਂ ਇਹਦੇ ਉੱਤੇ, ਜੋ ਪੂਰੇ ਮਹੀਨੇ ਦਾ ਹਾਲ ਚਾਲ ਹੁੰਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸ਼ੁਰੂਆਤ ਤੋਂ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ, ਲੋਕਾਂ ਦਾ ਬਹੁਤ ਹੈਲਪ ਕੀਤੀ ਆ, ਪਰ ਸੈਕੰਡ ਵੇਵ ਨੇ ਹੁਣ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਓਨਟਾਰੀਓ ਦਾ ਵੀ ਕੱਲ ਜਿਵੇਂ ਬਜਟ ਐਲਾਨ ਹੋਇਆ, ਸਰਕਾਰ ਨੇ ਬਜਟ ਐਲਾਨ ਕੀਤਾ ਆ। ਸੋ ਹੁਣ ਵੀ ਅਸੀਂ ਦੇਖ ਰਹੇ ਹਾਂ ਕਿ ਆਪਣੇ ਵੱਲੋਂ ਫੈਡਰਲ ਸਰਕਾਰ ਵੀ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਅਜੇ ਵੀ ਜਿਹੜੇ ਹਿੱਟ ਹੋਇਆ ਸਭ ਤੋਂ ਜ਼ਿਆਦਾ ਸਮਾਲ ਬਿਜ਼ਨਸਿਸ, ਉਹਨਾਂ ਨੂੰ ਕਿਸੇ ਤਰੀਕੇ ਨਾਲ ਜਾਰੀ ਰੱਖਿਆ ਜਾਵੇ। ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤੇ ਇਹ ਹੈਗੀ ਹੈ ਕਿ ਸਰਕਾਰ ਨੇ ਜਦੋਂ ਸ਼ਟਡਾਊਨ ਕੀਤਾ ਸੀਗਾ ਉਹਦਾ ਇੰਪੈਕਟ ਕੀ ਹੋਣਾ ਉਹਨਾਂ ਨੂੰ ਪਤਾ ਸੀਗਾ। ਕਹਿਣ ਦਾ ਮਤਲਬ ਬਿਜ਼ਨਸ ਇਫੈਕਟ ਹੋਣਾ ਹੈ, ਲੋਕਾਂ ਦੀਆਂ ਜੌਬਾਂ ਚਲੀਆਂ ਗਈਆਂ। ਹੁਣ ਉਸ ਦੌਰਾਨ ਦੇ ਵਿੱਚ ਜਦੋਂ ਬਿਜ਼ਨਸ ਬੰਦ ਹੁੰਦੇ ਆ, ਸਭ ਤੋਂ ਵੱਡੀ ਘਾਟ ਕੀ ਹੁੰਦੀ ਹੈ ਕਿ ਕੈਸ਼ ਫਲੋ ਨਹੀਂ ਹੁੰਦਾ, ਸਾਡੇ ਕੋਲ ਪੈਸਾ ਨਹੀਂ ਹੁੰਦਾ, ਉਹਨੂੰ ਕਿਸ ਤਰ੍ਹਾਂ ਸਰਵਾਈਵ ਕਰੀਏ, ਕਿਵੇਂ ਚਲਾਈਏ। ਸੋ ਉਸ ਚੱਕਰ ਦੇ ਵਿੱਚ ਆ ਕੇ ਸਪੈਸ਼ਲੀ ਗਵਰਨਮੈਂਟ ਨੇ ਸਾਨੂੰ ਬਿਜ਼ਨਸਿਸ ਵਾਸਤੇ 40,000 ਦਾ ਇੱਕ ਇੰਟਰਸਟ ਫ੍ਰੀ ਲੋਨ ਦਿੱਤਾ ਔਰ ਨਾਲ ਇਹ ਕਿਹਾ ਕਿ ਇਹ 40,000 ਤੁਸੀਂ ਇਸਤੇਮਾਲ ਕਿੱਥੇ ਕਰਨਾ ਹੈ, ਆਪਣੇ ਬਿਜ਼ਨਸ ਨੂੰ ਸੰਭਾਲਣ ਦੇ ਵਿੱਚ, ਨਾ ਕਿ ਘਰ ਲੈਣ 'ਚ। ਯਾਨੀ ਬਿਜ਼ਨਸ ਦੇ ਵਿੱਚ ਜਿਹੜੀ ਡੈਫੀਸ਼ੀਐਂਸੀ ਹੈ, ਭਾਵੇਂ ਮੈਂ ਰੈਂਟ ਦੇਣਾ ਹੈ, ਭਾਵੇਂ ਮੈਂ ਕੋਈ ਹੋਰ ਕੰਮ ਕਰਨਾ ਹੈ, ਮੈਂ ਵਰਕਰਾਂ ਨੂੰ ਤਨਖਾਹ ਦੇਣੀ ਹੈ, ਮੈਂ ਉਹਦੇ ਵਿੱਚ ਦੇਖਾਂਗਾ। ਸੋ ਉਹ ਇੱਕ ਬੜੀ ਵੱਡੀ ਸਪੋਰਟ ਸੀ ਔਰ ਮੇਰੇ ਖਿਆਲ ਬਹੁਤ ਸਾਰੇ ਬਿਜ਼ਨਸ ਨੇ ਉਹਦਾ ਫਾਇਦਾ ਚੁੱਕਿਆ। ਫਿਰ ਉਸ ਤੋਂ ਬਾਅਦ ਸਟੇਜ 2 ਆਉਣ ਤੋਂ ਬਾਅਦ ਸਟੇਜ 3 ਕਰਕੇ ਉਹਨਾਂ ਨੇ ਸਾਰਿਆਂ ਨੂੰ ਬਹਾਲ ਕਰਤਾ ਕਿ ਲਓ ਜੀ ਕੰਮ ਕਰੋ। ਹੁਣ ਉੱਥੇ ਆ ਕੇ ਸਾਡੇ ਸਾਰਿਆਂ ਕੋਲੋਂ ਇੱਕ ਬੜੀ ਕੁਤਾਹੀ ਜੀ ਇਹ ਹੋਈ ਕਿ ਅਸੀਂ ਆਪਣੇ ਗਾਰਡਸ ਜਿਹੜੇ ਡਾਊਨ ਕਰ, ਅਸੀਂ ਸੋਚਿਆ ਵੀ ਹੁਣ ਤੇ ਸਭ ਠੀਕ ਹੋ ਗਿਆ। ਅਸੀਂ ਜਿਹੜੀਆਂ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਸੀਗੀਆਂ ਉਹਨਾਂ ਨੂੰ ਲੈਣਾ ਬੰਦ ਕਰਤਾ। ਉਹ ਲੈਣਾ ਬੰਦ ਹੋਣ ਨਾਲ ਕੀ ਹੋਇਆ ਕਿ ਜਿਹੜੀ ਕੋਵਿਡ-19 ਦੀ ਵੇਵ ਸੀ ਉਹ ਫਿਰ ਵਾਪਸੀ ਨੂੰ ਆ ਗਈ, ਇੱਕ ਸੈਕੰਡ ਵੇਵ ਫਿਰ ਚੱਲ ਪਈ। ਉਸ ਤੋਂ ਬਾਅਦ ਤੁਸੀਂ ਨੋਟ ਕੀਤਾ ਹੋਣਾ ਕਿ ਆਲਮੋਸਟ 2 ਹਫ਼ਤੇ ਪਹਿਲਾਂ ਸਾਡੀ ਗਵਰਨਮੈਂਟ ਨੇ ਇਹਨੂੰ ਮੋਡੀਫਾਈ ਸਟੇਜ 2 ਕਰਕੇ ਫਿਰ ਵਾਪਸ 3 ਤੋਂ ਸਾਨੂੰ 2 ਚ ਲਿਆਂਦਾ ਸੀ। ਉਹਦੇ ਵਿੱਚ ਕੁਝ ਬਿਜ਼ਨਸਿਸ ਨੇ ਜਿਹੜੇ ਬੰਦ ਹੋ ਗਏ ਫਿਰ, ਯਾਨੀ ਸਪੈਸ਼ਲੀ ਜਿਮਸ ਵਗੈਰਾ ਬੰਦ ਹੋ ਗਏ, ਇਨ ਹਾਊਸ ਡਾਈਨਿੰਗ ਬੰਦ ਹੋ ਗਈ, ਯਾਨੀ ਰੈਸਟੋਰੈਂਟ ਦੇ ਅੰਦਰ ਬੈਠ ਕੇ ਤੁਸੀਂ ਰੋਟੀ ਨਹੀਂ ਖਾ ਸਕਦੇ, ਸਿਰਫ ਟੇਕ ਆਊਟ ਅਵੇਲੇਬਲ ਸੀਗੇ। ਹੁਣ ਉਹਦੇ ਨਾਲ ਫਿਰ ਨੁਕਸਾਨ ਹੋਇਆ। ਉਸ ਚੀਜ਼ ਨੂੰ ਨਜਿੱਠਣ ਲਈ ਗਵਰਨਮੈਂਟ ਨੇ 20,000 ਦਾ ਬਿਜ਼ਨਸ ਲੋਨ ਹੋਰ ਸੈਂਕਸ਼ਨ ਕੀਤਾ, ਜਿਹੜੇ ਅੱਗੇ ਸਾਨੂੰ 40 ਮਿਲਿਆ ਸੀ। 40 ਚ ਕੰਡੀਸ਼ਨ ਕੀ ਸੀਗੀ ਕਿ 2022 ਤੱਕ, ਦਸੰਬਰ ਤੱਕ ਅਸੀਂ ਉਹ 40,000 ਵਾਪਸ ਕਰਨਾ ਹੈ। ਜੇ ਅਸੀਂ ਵਾਪਸ ਕਰਨ ਦੀ ਤਾਕਤ ਰੱਖਦੇ ਹੋਏ ਉਹ ਚੋਂ 10,000 ਮਾਫ ਹੋ ਜਾਏਗਾ, ਤੁਸੀਂ ਸਿਰਫ 30,000 ਵਾਪਸ ਦਿਓਗੇ। ਇੱਥੇ ਕੋਈ ਇੰਟਰਸਟ ਨਹੀਂ ਹੈ, ਕੁਛ ਨਹੀਂ ਹੈ, ਫ੍ਰੀ ਮਨੀ ਸੀ। ਹੁਣ ਜਦੋਂ ਇਹ ਫਿਰ ਸੈਕੰਡ ਵੇਵ ਆਈ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ $20,000 ਹਰ ਬਿਜ਼ਨਸ ਨੂੰ ਹੋਰ ਸੈਂਕਸ਼ਨ ਕੀਤਾ। ਪਰ ਹੁਣ ਐਤਕੀ ਉਹਨਾਂ ਨੇ ਕੀ ਕਿਹਾ ਕਿ ਜਿਹੜਾ ਇਹ $20,000 ਹੈ, ਜੇ ਤੁਹਾਨੂੰ ਮਤਲਬ ਫਿਰ ਡਿੱਗਦੇ ਪਏ ਹੋ ਲੈ ਲਓ, ਹੁਣ ਇਹਦੇ ਵਿੱਚੋਂ ਅਸੀਂ ਤੁਹਾਨੂੰ 10,000 ਮਾਫ ਕਰ ਦਾਂਗੇ। ਸੋ ਕਹਿਣ ਦਾ ਹੁਣ ਕੀ ਮਤਲਬ ਹੋਇਆ ਕਿ ਦਸੰਬਰ 2022 ਤੇ ਜਿਹੜਾ ਟੋਟਲ 60,000 ਹੈ, ਜੇ ਅਸੀਂ ਉਹਦੇ ਚੋਂ 40,000 ਵਾਪਸ ਕਰ ਦਿੰਦੇ ਹਾਂ ਤੇ 20,000 ਸਾਨੂੰ ਮਾਫ ਹੋ ਜਾਏਗਾ। ਠੀਕ ਹੈ, ਹੁਣ ਇਸ ਪੈਸੇ ਦੇ ਉੱਤੇ ਕੋਈ ਇੰਟਰਸਟ ਨਹੀਂ ਹੈਗਾ। ਹੁਣ ਰੱਬ ਨਾ ਕਰੇ ਦਸੰਬਰ 2022 ਦੇ ਵਿੱਚ ਜਦੋਂ 2022 ਚਾਹਾਂਗੇ, ਉਸ ਦਾ ਮੇਰੇ ਕੋਲ ਤਾਕਤ ਨਾ ਹੋਵੇ ਦੇਣ ਦੀ, ਮੇਰਾ ਕਾਰੋਬਾਰ ਉਸ ਲੈਵਲ ਤੇ ਨਾ ਆਇਆ ਹੋਵੇ, ਤੇ ਫਿਰ ਮੇਰੇ ਲਈ ਕੀ ਚੋਇਸ ਹੈ? ਫਿਰ ਚੋਇਸ ਇਹ ਹੈ
ਕਿ ਇਹ ਜਿਹੜਾ ਸਾਰਾ ਪੈਸਾ 60,000 ਇੱਕ ਟਰਮ ਲੋਨ 'ਚ ਚਲਾ ਜਾਏਗਾ। ਟਰਮ ਲੋਨ 'ਚ ਜਾਣ ਤੋਂ ਬਾਅਦ ਉਹ 'ਚ ਬੜਾ ਇੱਕ ਰੀਜ਼ਨੇਬਲ ਇੰਟਰਸਟ ਹੋਏਗਾ, ਉਹ ਫਿਰ ਤੁਸੀਂ ਮਹੀਨੇ ਦੇ ਮਹੀਨੇ ਆਪਣੀ ਕਿਸ਼ਤਾਂ ਦਿੰਦੇ ਜਾਓ ਤੇ ਆਪਣਾ ਕੰਮ ਚਲਾਈ ਜਾਓ। ਸੋ ਕਹਿਣ ਦਾ ਮਤਲਬ ਗਵਰਨਮੈਂਟ ਨੇ ਹਰ ਪੱਖੋਂ ਇੰਨੀ ਮਦਦ ਕੀਤੀ ਹੈ ਜਿਹੜੀ ਕਿ ਅਨਇਮੈਜਿਨੇਬਲ ਹੈ। ਤੁਸੀਂ ਸੋਚ ਵੀ ਨਹੀਂ ਸਕਦੇ ਵੀ ਕੋਈ ਬੰਦਾ ਤੁਹਾਨੂੰ ਇੰਨੇ ਪੈਸਾ ਦੇ ਸਕਦਾ ਹੈ। ਸੋ ਇਹ ਤੇ ਸੀਗਾ ਜਿਹੜਾ ਕਿ ਇੱਕ ਪੱਖੋਂ ਉਹਨਾਂ ਨੇ ਬਿਜ਼ਨਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਹੁਣ ਮੈਂ ਸਮਝਦਾ ਕਿ ਸਾਡੀ ਜ਼ਿੰਮੇਵਾਰੀ ਸਾਰਿਆਂ ਦੀ ਇਹ ਹੈਗੀ ਹੈ ਕਿ ਗਵਰਨਮੈਂਟ ਤੇ ਆਪਣੇ ਵੱਲੋਂ ਬਹੁਤ ਕੁਝ ਕਰ ਰਹੀ ਹੈ, ਸਾਡਾ ਵੀ ਕੁਝ ਫਰਜ਼ ਬਣਦਾ ਹੈ। ਸਾਡਾ ਕੀ ਫਰਜ਼ ਬਣਦਾ ਹੈ ਕਿ ਕਮ ਸੇ ਕਮ ਜਿਹੜੀਆਂ ਵਾਰਨਿੰਗਸ ਨੇ, ਜਿੰਨਾ ਪਿੱਛੇ ਉਹਨਾਂ ਨੇ ਸਾਨੂੰ ਮਨਾ ਕੀਤਾ ਹੈ ਕਿ ਨਾ ਕਰੋ, ਸਾਨੂੰ ਉਹ 'ਚ ਤੇ ਸਾਡਾ ਖਰਚਾ ਕੋਈ ਨਹੀਂ ਹੁੰਦਾ, ਅਸੀਂ ਉਹਨੂੰ ਤੇ ਕਮ ਸੇ ਕਮ ਫੋਲੋ ਕਰੀਏ। ਸੋ ਜੇ ਅਸੀਂ ਉਹ ਫੋਲੋ ਕਰਾਂਗੇ ਔਰ ਕਿਸੇ ਤਰ੍ਹਾਂ ਜਿਹੜੀ ਇਹ ਕੋਵਿਡ-19 ਦੀ ਲਹਿਰ ਹੈ ਯਾਨੀ ਵਾਇਰਸ, ਇਹਨੂੰ ਜੇ ਅਸੀਂ ਦਬਾ ਸਕੇ ਤੇ ਸ਼ਾਇਦ ਸਾਡੀ ਜ਼ਿੰਦਗੀ ਫਿਰ ਉਸੇ ਤਰ੍ਹਾਂ ਚੱਲਣ ਲੱਗ ਪਏ ਜਿਵੇਂ ਪਹਿਲੇ ਚੱਲਦੀ ਸੀ। ਪਰ ਉਹ 'ਚ ਸਾਡੀ ਆਪਣੀ ਜਿਹੜੀ ਹੈ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਇਫ ਵੀ ਡੋਂਟ ਕੰਟਰੀਬਿਊਟ, hey, it's going to stay like this। ਔਰ ਇਹ ਜਿਹੜੀ ਚੀਜ਼ ਹੈ ਵੱਡੀ ਗੱਲ ਤਨ ਚੀਜ਼, ਇਹਦਾ ਕੋਈ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਏ। nobody can guess। ਹਾਲੇ ਕਿ ਅਸੀਂ ਰੋਜ਼ ਗੱਲਾਂ ਸੁਣਨੇ ਆ, ਵੈਕਸੀਨ ਆ ਰਹੀ, ਵੈਕਸੀਨ ਆ ਰਹੀ, ਵੈਕਸੀਨ ਆ ਰਹੀ। ਵੈਕਸੀਨ ਆਏਗੀ ਕਦੋਂ, ਲੱਗੇਗੀ ਕਦੋਂ, ਨਹੀਂ ਲੱਗੇਗੀ। ਬਹੁਤ ਸਾਰੇ ਸਿਆਣੇ ਲੋਕਾਂ ਦਾ ਤੇ ਇਹ ਵੀ ਕਹਿਣਾ ਹੈ ਕਿ ਜਿੰਨੀਆਂ ਮੌਤਾਂ ਹੁਣ ਨਹੀਂ ਹੋਈਆਂ ਵੈਕਸੀਨ ਤੋਂ ਬਾਅਦ ਹੋਣਗੀਆਂ। ਉਹਦਾ ਰੀਜ਼ਨ ਕੀ ਹੈ? ਹੁਣ ਦੇਖੋ, ਅਸੀਂ ਘਰ 'ਚ ਰਹਿੰਦੇ ਹਾਂ, ਮੰਨ ਲਓ ਅਸੀਂ ਸਾਰੇ 3-4 ਜੀ ਹਾਂ ਘਰ 'ਚ, ਅਸੀਂ ਡਿਨਰ ਲਿਆ ਜਾਂ ਲੰਚ ਲਿਆ, ਸਾਰਿਆਂ ਨੇ ਖਾਧਾ। ਇੱਕ ਜਣਾ ਕਹਿੰਦਾ ਵੀ ਮੈਨੂੰ ਫੂਡ ਪੋਇਜ਼ਨਿੰਗ ਹੋ ਗਈ, ਉਹਨੂੰ ਲੂਜ਼ ਮੋਸ਼ਨ ਹੋ ਗਏ ਜਾਂ ਉਲਟੀਆਂ ਆਉਣੀਆਂ ਸ਼ੁਰੂ ਹੋਈਆਂ। 4 ਬੰਦਿਆਂ ਨੇ ਖਾਧੀ ਰੋਟੀ ਸੇਮ, ਕੋਈ ਉਹਨੇ ਅਲੱਗ ਨਹੀਂ ਖਾਧੀ, ਪਰ ਇੱਕ ਨੂੰ ਰਿਐਕਟ ਕਰ ਗਈ। ਸੋ ਕਹਿਣ ਦਾ ਮਤਲਬ ਜਿਹੜਾ ਤੁਹਾਡੀ ਬਾਡੀ ਦਾ ਸਿਸਟਮ ਹੈ ਨਾ, ਉਹਨੂੰ ਕਿਵੇਂ ਐਕਸੈਪਟ ਕਰਦਾ ਹੈ, ਹਰ ਇੰਡੀਵਿਜੂਅਲ ਬੰਦੇ ਦਾ ਆਪੋ ਆਪਣਾ ਸਿਸਟਮ ਹੈ। ਜੋ ਤੁਹਾਨੂੰ ਮਾਫਕ ਆਏਗਾ ਮੈਨੂੰ ਨਹੀਂ ਆਏਗਾ, ਜਿਹੜਾ ਮੈਨੂੰ ਆਏਗਾ ਤੁਹਾਨੂੰ ਨਹੀਂ ਆਏਗਾ। ਇਸੇ ਤਰ੍ਹਾਂ ਜਿਹੜੀ ਵੈਕਸੀਨ ਹੈ, ਜਿੱਦਣ ਉਹ ਲੱਗੀ, ਉਹ ਬਾਡੀ ਕਿੱਥੇ ਐਕਸੈਪਟ ਕਰੇਗੀ, ਕਿੱਥੇ ਨਹੀਂ ਕਰੇਗੀ, ਨੋਬਡੀ ਨੋਜ਼। ਹੁਣ ਤੁਸੀਂ ਬਹੁਤ ਵਾਰੀ ਨੋਟ ਕੀਤਾ ਹੋਣਾ, ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਤੁਹਾਨੂੰ ਪੁੱਛਦਾ ਤੁਹਾਨੂੰ ਕੋਈ ਐਲਰਜੀ ਤੇ ਨਹੀਂ ਹੈ, ਕੋਈ ਦਵਾਈ ਤੁਹਾਨੂੰ ਕੋਈ ਖਰਾਬ ਤੇ ਨਹੀਂ ਕਰਦੀ। ਸਪੈਸ਼ਲੀ ਤੁਹਾਨੂੰ ਯਾਦ ਹੋਣਾ ਜਦੋਂ ਪੈਨਸਿਲਿਨ ਚੱਲਦੀ ਹੁੰਦੀ ਸੀ, ਪੈਨਸਿਲਿਨ ਦਾ ਪਹਿਲਾ ਨਿਸ਼ਾਨਾ ਇਹ ਹੁੰਦਾ ਸੀ ਕਿ ਤੁਸੀਂ ਅਲਰਜਿਕ ਤੇ ਨਹੀਂ। ਔਰ ਉਹਨੂੰ ਪ੍ਰੂਵ ਕਰਨ ਲਈ ਉਹ ਇੱਥੇ ਛੋਟਾ ਜਿਹਾ ਇੱਕ ਮਾੜਾ ਜਿਹਾ ਇੰਜੈਕਸ਼ਨ ਲਾਉਂਦੇ ਸੀ। ਜੇ ਤੇ ਉੱਥੇ ਸੋਜਿਸ਼ ਹੋ ਗਈ ਫਿਰ ਤੁਹਾਨੂੰ ਪੈਨਸਿਲਿਨ ਨਹੀਂ ਸੀ ਮਿਲਦੀ, ਵਰਨਾ ਜੇ ਪੂਰਾ ਟੀਕਾ ਲੱਗ ਜਾਏ ਤੇ ਤੁਹਾਡੀ ਬਾਡੀ ਫੁੱਲ ਕੇ ਭੜੋਲਾ ਹੋ ਜਾਂਦੀ ਸੀ। ਠੀਕ ਹੈ। ਸੋ ਇਸੇ ਤਰ੍ਹਾਂ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਇਕੱਲੀ ਵੈਕਸੀਨ ਨੇ ਨਹੀਂ ਕੰਮ ਕਰਨਾ, ਸਾਡੀ ਸਮਝਦਾਰੀ ਨੇ ਵੀ ਕੰਮ ਕਰਨਾ ਹੈ। ਅਸੀਂ ਪਹਿਲੀ ਗੱਲ ਤੇ ਉੱਥੇ ਜਾਈਏ ਹੀ ਨਾ ਜਿੱਥੋਂ ਸਾਨੂੰ ਇਹੋ ਜਿਹੀ ਚੀਜ਼ ਹੋ ਸਕਦੀ ਹੈ, ਅਸੀਂ ਉਹਨੂੰ ਅਵੋਇਡ ਕਰੀਏ ਤਾਂ ਕਿ ਉਹ ਨੌਬਤ ਨਾ ਆਵੇ ਕਿ ਮੈਨੂੰ ਵੈਕਸੀਨ ਦੀ ਲੋੜ ਪਵੇ। So that is something very important which we all need to understand. Secondly, ਪਹਿਲੀ ਵਾਰੀ ਤੁਸੀਂ ਇਹ ਦੇਖਿਆ ਸੀ ਕਿ ਗਵਰਨਮੈਂਟ ਨੇ ਸਾਨੂੰ ਟੈਨੈਂਟਸ ਨੂੰ ਬੈਨੀਫਿਟ ਦਿੱਤਾ ਸੀ ਰੈਂਟ ਵਾਸਤੇ ਜੀ। ਉਦੋਂ ਕੀ ਸੀਗਾ ਕਿ 50% ਜਿਹੜਾ ਰੈਂਟ ਸੀਗਾ ਗਵਰਨਮੈਂਟ ਦੇ ਰਹੀ ਸੀ, 25% ਟੈਨੈਂਟ ਦੇ ਰਿਹਾ ਸੀ, 25% ਲੈਂਡਲੋਰਡ ਆਪਣੇ ਕੋਲੋਂ ਪਾਉਂਦਾ ਸੀ। ਬਿਲਕੁਲ। ਹੁਣ ਉਹ 'ਚ ਕੀ ਹੋਇਆ ਕਿ ਬਹੁਤ ਸਾਰੇ ਲੈਂਡਲੋਰਡਾਂ ਨੇ ਕਿਹਾ ਜੀ ਅਸੀਂ ਨਹੀਂ 25% ਦੇਣਾ। ਸੋ ਬਹੁਤ ਸਾਰੇ ਟੈਨੈਂਟ ਇਹੋ ਜਿਹੇ ਸੀ ਜਿਹੜੇ ਉਸ ਬੈਨੀਫਿਟ ਤੋਂ ਵਾਂਝੇ ਰਹਿ ਗਏ, ਉਹਨਾਂ ਨੂੰ ਪੱਲਿਓਂ ਦੇਣਾ ਪਿਆ। ਪਰ ਹੁਣ ਗਵਰਨਮੈਂਟ ਨੇ ਉਹਨੂੰ ਮੋਡੀਫਾਈ ਕਰਤਾ। ਮੋਡੀਫਾਈ ਕਰਕੇ ਉਹਨਾਂ ਨੇ ਕੀ ਕੀਤਾ ਕਿ 65% ਰੈਂਟ ਜਿਹੜਾ ਹੈ ਡਾਇਰੈਕਟ ਟੈਨੈਂਟ ਨੂੰ ਦੇ ਦਿੱਤਾ ਕਿ ਵੀ 65 ਤੁਹਾਨੂੰ ਗਵਰਨਮੈਂਟ ਦੇ ਰਹੀ ਹੈ, 35 ਤੁਸੀਂ ਪੱਲਿਓਂ ਪਾਓ, ਲੈਂਡਲੋਰਡ ਨੂੰ 100% ਦੇ ਦਿਓ। ਕਿਉਂਕਿ ਲੈਂਡਲੋਰਡ ਦੇ ਉੱਤੇ ਟੈਕਸ ਵੀ ਹੈ, ਉਹਦੀ ਯੂਟਿਲਿਟੀਜ਼ ਨੇ, ਬੜਾ ਖਰਚੇ ਹੈ। ਸੋ ਇਸ ਵਜ੍ਹਾ ਕਰਕੇ ਮੈਂ ਸਮਝਦਾ ਇਹ ਬੜੀ ਸਿਆਣੀ ਗੱਲ ਕੀਤੀ ਉਹਨਾਂ ਨੇ ਕਿ ਜਿਹੜਾ ਫਿਰ ਬਿਜ਼ਨਸ ਨੂੰ ਸੰਭਾਲਣ ਦੀ ਖਾਤਰ 65% ਤੱਕ ਉਹਨਾਂ ਨੂੰ ਦੇਣਾ ਕਰ ਲਿਆ। ਹੁਣ ਇਹ 65% ਜਿਹੜਾ ਅਗਲੇ ਮਤਲਬ ਸਮਰ ਤੱਕ ਆਲਮੋਸਟ ਅਵੇਲੇਬਲ ਹੈ ਸਾਡੇ ਕੋਲ। ਸੋ ਮੇਰਾ ਭਾਵ ਕਹਿਣ ਦਾ ਇਹ ਹੈ ਕਿ ਗਵਰਨਮੈਂਟ ਜੋ ਵੀ ਕਰ ਸਕਦੀ ਹੈ ਉਹ ਕਰੀ ਜਾ ਰਹੀ ਹੈ ਔਰ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਖੜੇ ਹੋਣ ਦੇ ਵਿੱਚੋਂ ਮਦਦ ਕਰ ਰਹੀ ਹੈ। ਪਰ ਹੁਣ ਇਹਦੇ ਵਿੱਚ ਬਿਜ਼ਨੈਸਿਸ ਐਸੇ ਨੇ ਕਿ ਜਿਹੜੇ ਲਾਸ ਹੋ ਹੀ ਰਿਹਾ, ਸਪੈਸ਼ਲੀ ਫੂਡ ਇੰਡਸਟਰੀ ਜਿਹੜੀ ਹੈ, ਰੈਸਟੋਰੈਂਟ ਇੰਡਸਟਰੀ ਹੈ, ਹਸਪਿਟੈਲਿਟੀ ਹੈ, ਹੋਟਲਸ ਹੈ, ਇਹ ਚੀਜ਼ਾਂ ਬੜੀਆਂ ਬੈਡਲੀ ਇਫੈਕਟਡ ਹੋਈਆਂ ਕਿਉਂਕਿ ਲੋਕੀ ਹੁਣ ਜਾ ਨਹੀਂ ਰਹੇ, ਲੋਕੀ ਟਰੈਵਲ ਨਹੀਂ ਕਰ ਰਹੇ। ਪਰ ਇੱਕ ਅਜੀਬੋ-ਗਰੀਬ ਗੱਲ ਹੋਈ ਕਿ ਇਸ ਦੌਰਾਨ ਦੇ ਵਿੱਚ ਕੈਨੇਡੀਅਨਸ ਦੀ ਜਿਹੜੀ ਇਨਕਮ ਹੈ 11% ਉੱਪਰ ਚਲੀ ਗਈ। ਆਮ ਹਾਊਸ ਹੋਲਡ ਇਨਕਮ ਜਿਹੜੀ ਹੈ 11% ਦੇ ਕਰੀਬ ਰੇਜ਼ ਕਰ ਗਈ। ਉਹ ਕਿਵੇਂ? ਮੰਨ ਲਓ ਮੈਂ ਵਾਈਟ ਕਾਲਰ ਜੌਬ ਕਰਦਾ ਸੀ, ਯਾਨੀ ਮੈਂ ਆਫਿਸ ਜਾਂਦਾ ਸੀ, ਭਾਵੇਂ ਬੈਂਕ 'ਚ ਸੀ, ਇੰਸ਼ੋਰੈਂਸ ਸੀ, ਕੋਈ ਵੀ ਸੀ। ਮੈਂ ਘਰੋਂ ਕਾਰ ਕੱਢਦਾ ਸੀ, ਉਹਦਾ ਫਿਊਲ ਪਾਉਂਦਾ ਸੀ, ਲੈ ਕੇ ਜਾਂਦਾ ਸੀ, ਉੱਥੇ ਜਾ ਕੇ ਫਿਰ ਲੰਚ ਵੇਲੇ ਆਪਣੇ ਫਰੈਂਡਸ ਨਾਲ ਬਾਹਰ ਖਾਣ ਵੀ ਜਾਂਦਾ ਸੀ, ਕਦੀ ਕਾਫੀ ਪੀ ਲਈ, ਕਦੀ ਆਹ ਕਰ ਲਿਆ। ਹੁਣ ਕੀ ਹੋਇਆ, ਉਹ ਸਾਰੇ ਖਰਚੇ ਹੋ ਗਏ ਬੰਦ। ਹੁਣ ਮੈਂ ਘਰੋਂ ਹੀ ਕੰਮ ਕਰ ਰਿਹਾ। ਘਰੋਂ ਕੰਮ ਕਰਨ ਨਾਲ ਇੱਕ ਤੇ ਮੇਰੀ ਟਰੈਵਲਿੰਗ ਕਾਸਟ ਖਤਮ ਹੋ ਗਈ, ਪਲੱਸ ਜਿਹੜੇ ਮੇਰੇ ਆਊਟਡੋਰ ਐਕਸਪੈਂਸਿਸ ਸੀ ਉਹ ਘਟ ਗਏ। ਉਹਦੇ ਨਾਲ ਕੀ ਹੋਇਆ ਕਿ ਮੇਰੇ ਕੋਲ ਜਿਹੜੀ
ਕੈਸ਼ ਫਲੋ ਆ ਉਹ ਵੱਧ ਗਿਆ। ਸੋ ਸਾਡੇ ਘਰ ਦੀ ਓਵਰਆਲ ਇਨਕਮ ਜਿਹੜੀ ਹੈ ਉਹ ਇਨਕਰੀਜ਼ ਹੋ ਗਈ। ਸੋ ਬਜਾਏ ਇਸ ਦੇ ਕਿ ਪੈਂਡੈਮਿਕ ਕਰਕੇ ਅਸੀਂ ਗਰੀਬੀ ਵੱਲ ਨੂੰ ਜਾਂਦੇ, ਅਸੀਂ ਸਾਰੇ ਥੋੜੇ ਅਮੀਰ ਹੋ ਗਏ, ਠੀਕ ਹੋ ਗਏ। ਔਰ ਉਸ ਚੀਜ਼ ਨੇ ਸਾਨੂੰ ਕਿਸੇ ਗੱਲੋਂ ਫਾਇਦਾ ਵੀ ਕੀਤਾ ਤੇ ਕਿਸੇ ਗੱਲੋਂ ਨੁਕਸਾਨ ਵੀ ਕੀਤਾ। ਹੁਣ ਕੀ ਹੋ ਰਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ, ਹੁਣ ਅਸੀਂ ਬੈਠੇ ਹਾਂ ਅੱਜ ਨਵੰਬਰ 'ਚ ਜੀ, ਦਸੰਬਰ ਤੋਂ ਬਾਅਦ ਜਨਵਰੀ ਦੇ ਵਿੱਚ ਅਸੀਂ ਟੈਕਸ ਭਰਨੇ ਆ। ਹੁਣ ਬਹੁਤ ਸਾਰੇ ਲੋਕ ਸਾਡੇ ਭੈਣ ਭਰਾ ਇਹੋ ਜਿਹੇ ਨੇ ਜਿਨ੍ਹਾਂ ਨੇ ਸਰਬ ਵੀ ਲਈ ਹੈ, CERB ਜਿਹੜਾ ਪਹਿਲਾ ਪ੍ਰੋਗਰਾਮ ਸੀਗਾ, ਉਸ ਤੋਂ ਬਾਅਦ ਉਹਨੂੰ ਮੋਡੀਫਾਈ ਕਰਕੇ 1 ਅਕਤੂਬਰ ਤੋਂ ਸਰਬ ਆ ਗਿਆ, CRB ਆ, ਉਹ ਵੀ ਲਈ ਜੀ। ਹੁਣ ਇਹਦੇ ਵਿੱਚ ਜਿਹੜਾ ਇੱਕ ਸਭ ਤੋਂ ਵੱਡੀ ਅਸੀਂ ਕਹਿ ਲਓ ਅਣਦੇਖੀ ਕਰ ਰਹੇ ਹਾਂ ਕਿ ਜਦੋਂ ਹੁਣ ਮਾਰਚ ਵਿੱਚ ਯਾਨੀ ਫਰਵਰੀ ਮਾਰਚ ਅਸੀਂ ਟੈਕਸ ਭਰਨੇ ਆ, ਸਰਬ CRB ਪਲੱਸ ਐਨੀ ਅਦਰ ਬੈਨੀਫਿਟਸ ਜਿਹੜੇ ਤੁਸੀਂ ਲਏ ਆ ਉਹ ਸਾਰੇ ਤੁਹਾਡੇ ਇਨਕਮ 'ਚ ਐਡ ਹੋਣੇ ਆ। ਠੀਕ ਹੈ ਜੀ। ਹੁਣ ਮੰਨ ਲਓ ਮੇਰੀ ਰੈਗੂਲਰ ਇਨਕਮ ਇੱਕ ਲੈਵਲ ਤੇ ਸੀ, ਉਸ ਤੋਂ ਬਾਅਦ ਇਹ ਸਾਰਾ ਕੁਝ ਮੈਨੂੰ ਮਿਲਿਆ। ਹੁਣ ਇਹਦੀ ਕੱਟ ਆਫ ਲਾਈਨ ਕੀ ਹੈ? $38,000। ਜੇ ਮੇਰੀ ਸਾਲਾਨਾ ਇਨਕਮ ਉਹ ਸਾਰੇ ਬੈਨੀਫਿਟ ਪਾ ਕੇ 38,000 ਨਾਲ ਘੱਟ ਹੈ ਤੇ ਮੇਰੀ ਕੋਈ ਟੈਕਸ ਲਾਇਬਿਲਿਟੀ ਨਹੀਂ ਹੈ। ਪਰ ਜੇ 38,000 ਤੋਂ ਉੱਪਰ ਮੇਰੀ ਇਨਕਮ ਹੈ, ਐਵਰੀ ਡਾਲਰ ਜਿਹੜਾ ਮੈਂ ਵੱਧ ਕਮਾਇਆ ਹੈ ਉਹਦੇ 50 ਸੈਂਟ ਯਾਨੀ ਅੱਧਾ 50% ਮੈਨੂੰ ਵਾਪਸ ਕਰਨਾ ਪਏਗਾ। ਜਿਵੇਂ ਤੁਸੀਂ ਕਿਹਾ ਕਿ ਜਿੰਨੀ 38,000 ਤੋਂ ਉੱਪਰ ਜੇ ਤੁਸੀਂ ਕੋਈ ਰਕਮ ਕਮਾਉਂਦੇ ਹੋ ਤਾਂ ਉਹਦਾ ਹਰ ਇੱਕ ਡਾਲਰ ਪਿੱਛੇ 50 ਸੈਂਟ ਵਾਪਸ ਕਰਨਾ ਪੈਣਾ। ਅੱਧਾ 50। ਇਹਦੇ ਵਿੱਚ ਜਿਹੜੇ ਇਨਕਲੂਡਡ ਹੋਣਗੇ ਜਿਹੜਾ ਉਹ ਟੈਕਸ ਹੋਏਗਾ, ਜਿਹਦੇ ਵਿੱਚ ਬੈਨੀਫਿਟਸ ਦਾ ਟੈਕਸ ਵੀ ਇਨਕਲੂਡਡ ਹੋਏਗਾ। ਸਭ ਚੀਜ਼ਾਂ ਦੀ ਪਹਿਲੀ ਗੱਲ ਇਹਨੂੰ ਕਹੀਦਾ ਗ੍ਰੋਸ ਇਨਕਮ। ਤੁਹਾਡੀ ਗ੍ਰੋਸ ਇਨਕਮ ਕਿੰਨੀ ਹੈ? ਗ੍ਰੋਸ ਇਨਕਮ ਦੇ ਉੱਤੇ ਤੁਹਾਡੇ ਸਾਰੇ ਖਰਚੇ ਆਣੇ ਆ। ਹੁਣ ਇਹਦੇ ਲਈ ਮੈਂ, ਕਿਉਂਕਿ ਹੁਣ ਦੇਖੋ ਅਮੂਮਨ ਜਦੋਂ ਅਸੀਂ ਟੈਕਸ ਭਰੀਦਾ ਜੇ 1500 ਵੀ ਸਾਨੂੰ ਅਕਾਊਂਟੈਂਟ ਕਹਿੰਦਾ ਜੀ ਤੁਹਾਨੂੰ ਟੈਕਸ ਭਰਨਾ ਪੈਣਾ, ਵਾਪਸੀ ਦੇਣਾ ਪੈਣਾ, ਸਾਡੇ ਹੱਥ ਪੈਰ ਹਿੱਲਣ ਲੱਗ ਪੈਂਦੇ ਵੀ ਮੈਂ 1500 ਕਿੱਥੋਂ ਲਿਆਉਂ, ਕਿਉਂਕਿ ਸਾਡੇ ਕੋਲ ਪੈਸਾ ਹੈ ਹੀ ਨਹੀਂ। ਅਸੀਂ ਅਮੂਮਨ ਸਾਰੇ ਕੈਨੇਡੀਅਨ ਐਜ ਦੇ ਉੱਤੇ ਜੀਨੇ ਆ। ਐਜ ਤੋਂ ਭਾਵ ਇਹ ਹੈ ਕਿ ਜਿੰਨੀ ਕਮਾਈ ਉਹਨੇ ਖਰਚੇ ਹੈ। ਹਾਂ, ਸਾਡੇ ਲਿਵਿੰਗ ਸਟਾਈਲ ਬੜਾ ਅੱਛਾ ਹੈ, ਸਟੈਂਡਰਡ ਬੜਾ ਹਾਈ ਹੈ, ਪਰ ਉਹ ਹਾਈ ਸਟੈਂਡਰਡ ਨੂੰ ਮੇਨਟੇਨ ਕਰਨ ਲਈ ਖਰਚਾ ਵੀ ਤਾਂ ਕਰਨਾ ਪੈਂਦਾ। ਸੋ ਅਮੂਮਨ ਮੈਂ ਦੇਖਿਆ ਹੈ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਜਿਹੜੇ ਟੈਕਸ ਨਹੀਂ ਦੇ ਸਕਦੇ, ਫਿਰ ਉਹ ਕੀ ਕਰਦੇ, ਇਹਨੂੰ ਕਿਸ਼ਤਾਂ 'ਚ ਦਿੰਦੇ ਹੌਲੀ ਹੌਲੀ। ਜਦੋਂ ਅਸੀਂ ਕਿਸ਼ਤਾਂ ਵੱਲ ਚਲੇ ਜਾਈਦਾ ਉੱਤੇ ਇੰਟਰਸਟ ਪੈਣਾ ਸ਼ੁਰੂ ਹੋ ਜਾਂਦਾ CRA ਦਾ। ਠੀਕ ਹੈ। ਸੋ ਇਸ ਵਜ੍ਹਾ ਕਰਕੇ ਮੈਂ ਸਾਰਿਆਂ ਨੂੰ ਜ਼ਰੂਰ ਇਹ ਰਿਕੁਐਸਟ ਕਰਾਂਗਾ ਕਿ ਪਲੀਜ਼ ਵਾਚ ਯੋਰ ਇਨਕਮ ਨਾਓ। ਪਹਿਲੀ ਗੱਲ, ਜੇ ਤੁਸੀਂ ਆਨਲਾਈਨ ਚਲੇ ਜਾਓ, ਉੱਥੇ ਇੱਕ ਕੈਲਕੂਲੇਟਰ ਹੈ ਜਿਹਨੂੰ ਕਹੀਦਾ ਟੈਕਸ ਕੈਲਕੂਲੇਟਰ। ਟੈਕਸ ਕੈਲਕੂਲੇਟਰ ਓਪਨ ਕਰਕੇ ਤੁਸੀਂ ਉਹਦੇ ਵਿੱਚ ਜਾ ਕੇ ਆਪਣਾ ਪਰਸਨਲ ਟੈਕਸ ਦੀ ਵਿੰਡੋ ਲੈ ਲਓ ਔਰ ਉਹਦੇ ਵਿੱਚ ਇਮੈਜਿਨਰੀ ਜੇ ਆਪਣਾ ਟੈਕਸ ਭਰੋ ਵੀ ਮੇਰੀ ਇਨਕਮ ਕਿੰਨੀ ਹੈ ਤੇ ਦਸੰਬਰ ਤੱਕ ਮੇਰਾ ਕਿੰਨਾ ਹੋਏਗਾ। ਜਦੋਂ ਤੁਸੀਂ ਉਹ ਨੰਬਰ ਉਹ 'ਚ ਪੰਚ ਕਰੋਗੇ ਔਰ ਉਹਨੂੰ ਤੁਸੀਂ ਮਤਲਬ ਲੌਗ ਆਨ ਕਰੋਗੇ ਤੇ ਤੁਹਾਡਾ ਜਿਹੜਾ ਟੈਕਸ ਕੈਲਕੂਲੇਟ ਹੋ ਕੇ ਥੱਲੇ ਆ ਜਾਏਗਾ। ਹਰ ਪ੍ਰੋਵਿੰਸ ਦਾ ਅਲੱਗ-ਅਲੱਗ ਟੈਕਸ ਹੈ। ਓਨਟਾਰੀਓ ਦਾ ਅਲੱਗ ਹੋਏਗਾ, BC ਦਾ ਅਲੱਗ ਹੋਏਗਾ, ਮੈਨੀਟੋਬਾ ਦਾ ਅਲੱਗ ਹੋਏਗਾ, ਕਿਉਂਕਿ ਪ੍ਰੋਵਿੰਸ ਵਾਈਜ਼ ਹਰ ਚੀਜ਼ਾਂ ਦੇ ਬੈਨੀਫਿਟਸ ਨੇ। ਉਹ ਤੁਹਾਨੂੰ ਇੱਕ ਡਾਇਰੈਕਸ਼ਨ ਮਿਲੇਗੀ ਕਿ ਵੀ ਮੇਰੀ ਕਿੰਨੀ ਕੁ ਟੈਕਸ ਲਾਇਬਿਲਿਟੀ ਬਣਦੀ ਹੈ। ਹੁਣ ਇਹਦੇ 'ਚ ਦੇਖੋ ਇੱਕ ਫਿਰ ਕੈਚ ਹੈ, ਜਿਹੜੀ CERB ਮਿਲੀ ਸੀ ਉਹ ਤਾਂ ਸਾਨੂੰ 2000 ਮਿਲ ਗਈ, ਪਰ ਹੁਣ ਜਿਹੜੀ CRB ਮਿਲ ਰਹੀ ਹੈ ਉਹ ਸਾਨੂੰ 1800 ਮਿਲ ਰਹੀ ਹੈ। ਯਾਨੀ ਉਹ 100 ਜਿਹੜਾ ਟੈਕਸ ਹੋਲਡ ਬੈਕ ਕਰ ਰਹੇ ਆ। ਹੁਣ ਬਹੁਤੇ ਮੇਰੇ ਭੈਣ ਭਰਾ ਐਸੇ ਹੈ ਜਿਹੜੇ ਸੋਚਦੇ ਵੀ ਮੇਰਾ ਤੇ ਟੈਕਸ ਦਿੱਤਾ ਗਿਆ, ਮੈਨੂੰ ਤਾਂ ਟੈਕਸ ਹੀ ਨਹੀਂ ਦੇਣਾ ਪੈਣਾ। ਨੋ, ਐਬਸੋਲੂਟਲੀ ਰੋਂਗ। ਜਿਸ ਵੇਲੇ ਤੁਸੀਂ ਕੈਲਕੂਲੇਟ ਕਰਨਾ ਹੈ, ਤੁਸੀਂ ਉਹ 100 ਜਿਹੜਾ ਉਹਨਾਂ ਨੇ ਹੋਲਡ ਬੈਕ ਕੀਤਾ ਹੈ, ਤੁਸੀਂ ਸਮਝੋ ਉਹ ਤੁਹਾਨੂੰ ਮਿਲ ਚੁੱਕਾ ਹੈ। ਤੁਸੀਂ 200 ਦੇ ਹਿਸਾਬ 2000 ਦੇ ਹਿਸਾਬ ਨਾਲ ਕੈਲਕੂਲੇਟ ਕਰੋਗੇ। ਜਿਸ ਵੇਲੇ ਤੁਹਾਡਾ ਸਾਰਾ ਟੈਕਸ ਕੈਲਕੂਲੇਟ ਹੋ ਗਿਆ, ਜਿੰਨੇ ਪੀਰੀਅਡ ਲਈ ਤੁਹਾਡਾ 100 ਉਹਨਾਂ ਨੇ ਰੱਖਿਆ ਹੈ ਉਹਨਾਂ ਤੁਸੀਂ ਮਾਈਨਸ ਕਰ ਦਿਓ। ਸੋ ਕਹਿਣ ਦਾ ਮਤਲਬ ਕੈਲਕੂਲੇਸ਼ਨ ਵਾਸਤੇ ਤੁਹਾਨੂੰ ਪੂਰਾ ਚਾਹੀਦਾ। ਸੋ ਮੈਂ ਜ਼ਰੂਰ ਸਾਰਿਆਂ ਨੂੰ ਰਿਕੁਐਸਟ ਕਰਾਂਗਾ, ਕਿਉਂਕਿ ਅਸੀਂ ਹੁਣੇ ਹੀ ਥੋੜਾ ਜਿਹਾ ਜਾਗ ਪਈਏ ਟੈਕਸ ਵਾਸਤੇ, ਸਾਡੇ ਕੋਲ 2 ਪੈਸੇ ਰੱਖੀਏ ਬਚਾ ਕੇ, ਤਾਂ ਕਿ ਜਦੋਂ ਟੈਕਸ ਆਵੇ ਸਾਡੇ ਤੋਂ ਉਦੋਂ ਅਸੀਂ ਸਟਰਗਲ ਨਾ ਕਰੀਏ। ਸਰ, ਹੁਣ ਜਿਵੇਂ ਕਿਸੇ ਨੇ ਪੈਂਡੈਮਿਕ ਦੇ ਦੌਰਾਨ ਕੰਮ ਵੀ ਕੀਤਾ, ਜਿਵੇਂ ਪਹਿਲਾਂ ਕਿਹਾ ਗਿਆ ਸੀ ਕਿ 1000 ਤੋਂ ਜਿਨ੍ਹਾਂ ਦੀ ਇਨਕਮ ਘੱਟ ਹੈ, ਸਪੋਜ਼ ਕਿਸੇ ਨੇ ਉਹ ਵੀ ਇਨਕਮ ਲਈ ਹੈ ਕਿ 1000 ਤੋਂ ਘੱਟ ਇਨਕਮ ਲੈ ਲਈ, ਉੱਪਰੋਂ ਦੀ ਬੈਨੀਫਿਟਸ ਵੀ ਲੈ ਲਏ, ਹੁਣ ਉਹਨਾਂ ਦੀ ਇਨਕਮ ਜਿਹੜੀ ਹੈ 38,000 ਕ੍ਰਾਸ ਕਰਦੀ ਹੈ। ਸੋ ਉਹਨਾਂ ਨੂੰ ਇੱਕ ਤਾਂ $200 ਉਹਦਾ ਭਰਨਾ ਪਏਗਾ, ਨਾਲ 38,000 ਤੋਂ ਪਲੱਸ ਜਿਹੜਾ ਉਹਨਾਂ ਨੇ ਕਮਾਇਆ ਉਹਦਾ ਵੀ ਭਰਨਾ ਪਏਗਾ। 50% ਉਹਨਾਂ ਨੂੰ ਵਾਪਸੀ ਕਰਨਾ ਪਏਗਾ। ਸੋ ਇਹ ਇੱਕ ਲਾਇਬਿਲਿਟੀ ਸਾਰਿਆਂ ਲਈ ਕ੍ਰੀਏਟ ਹੋ ਗਈ। ਹੁਣ ਇਸੇ ਦੌਰਾਨ ਚ ਕੀ ਹੋਇਆ, ਜਦੋਂ ਸਰਬ ਆਈ ਸੀ, ਮੈਂ ਵੀ ਸੁਣਿਆ, ਤੁਸੀਂ ਵੀ ਸੁਣਿਆ, ਉਸ ਵੇਲੇ 2 ਬਾਡੀਆਂ ਸੀਗੀਆਂ ਜਿਹੜੀਆਂ ਇਹਦੀਆਂ ਐਪਲੀਕੇਸ਼ਨ ਲੈ ਰਹੀਆਂ ਸੀ। ਇੱਕ ਸੀ ਸਰਵਿਸ ਕੈਨੇਡਾ ਔਰ ਇੱਕ ਸੀ CRA।
ਹੁਣ ਸਰਵਿਸ ਕੈਨੇਡਾ ਐਕਚੁਅਲੀ ਸਿਰਫ EI ਬੈਨੀਫਿਟਸ ਨੂੰ ਡੀਲ ਕਰਦੀ ਹੈ, ਪਰ ਉਸ ਵੇਲੇ ਇੰਨੀ ਪੈਂਡੈਮਿਕ ਨੂੰ ਦੇਖਦੇ ਹੋਏ ਹਫੜਾ ਦਫੜੀ 'ਚ ਉਹਨਾਂ ਨੇ ਸਾਡੇ ਲਈ 2 ਵਿੰਡੋ ਖੋਲਤੀਆਂ ਕਿ ਸਰਵਿਸ ਕੈਨੇਡਾ ਨੂੰ ਅਪਲਾਈ ਕਰ ਲਓ ਜਾਂ CRA ਨੂੰ ਕਰ ਲਿਓ। ਬਹੁਤ ਸਾਰੇ ਲੋਕ ਐਸੇ ਸੀਗੇ ਜਿਨ੍ਹਾਂ ਨੇ ਬੇਧਿਆਨੀ 'ਚ ਦੋਨੋਂ ਨੇ ਅਪਲਾਈ ਕੀਤਾ, CRA 'ਚ ਵੀ ਕਰਤਾ ਤੇ ਸਰਵਿਸ ਕੈਨੇਡਾ 'ਚ ਵੀ ਆ ਗਿਆ। ਹੁਣ ਉਹਦੇ ਵਿੱਚ ਮੈਂ ਬਹੁਤੇ ਨਹੀਂ ਕਹਾਂਗਾ, ਪਰ ਫਿਰ ਵੀ ਕੁਝ ਪਰਸੈਂਟੇਜ ਇਹੋ ਜਿਹੀ ਸੀ ਜਿਨ੍ਹਾਂ ਨੂੰ 2 ਪੇਮੈਂਟਾਂ ਆ ਗਈਆਂ, ਯਾਨੀ CRA ਨੇ ਵੀ ਭੇਜਤੀ ਤੇ ਤੁਹਾਨੂੰ ਸਰਵਿਸ ਕੈਨੇਡਾ ਨੇ ਭੇਜਤੀ। ਉਸ ਵੇਲੇ ਤੁਹਾਨੂੰ ਪਤਾ ਪੈਸਾ ਆਉਂਦਾ ਕਿਸੇ ਨੂੰ ਮਾੜਾ ਨਹੀਂ ਲੱਗਦਾ, ਉਹ ਕਹਿੰਦਾ ਜੀ ਮੇਰੇ ਤੇ 4000 ਆ ਗਿਆ, ਤੁਸੀਂ ਬਹੁਤ ਸੁਣੇ ਹੋਣੇ ਆ, ਕੋਈ ਕਹਿੰਦਾ ਮੈਨੂੰ 6000 ਆ ਗਿਆ, ਕੋਈ ਕਹਿੰਦਾ 4000 ਆ ਗਿਆ। ਹੁਣ ਇੱਕ ਗੱਲ ਦਾ ਖਿਆਲ ਰੱਖਣਾ, ਤੁਸੀਂ ਸਿਰਫ ਇਕੁਅਲੀ ਇੰਟਾਈਟਲਡ ਸੀਗੇ। ਹੁਣ ਜਿਹੜੇ ਉਹ ਪੈਸੇ ਫਾਲਤੂ ਆਏ ਆ ਉਹ ਤੁਹਾਨੂੰ ਦੇਣੇ ਪੈਣੇ ਵਾਪਸ, ਜੇ CRA ਵੱਲੋਂ ਆਏ ਹੈ ਜਾਂ ਸਰਵਿਸ ਓਨਟਾਰੀਓ ਵੱਲੋਂ ਆਏ ਹੈ, ਇੱਕ ਬਾਡੀ ਨੂੰ ਉਹ ਪੈਸਾ ਤੁਹਾਨੂੰ ਵਾਪਸ ਕਰਨਾ ਪਏਗਾ। ਹੁਣ ਉਹ ਜਿਹੜਾ ਪੈਸਾ ਵਾਪਸ ਕਰਨ ਦੀ ਹੈ ਉਹਦੀ ਲਾਸਟ ਡੇਟ ਹੈ 31 ਦਸੰਬਰ 2020। ਜੇ ਕੋਈ ਵੀ ਮੇਰਾ ਭੈਣ ਭਰਾ ਸੁਣ ਰਿਹਾ ਹੈ ਜਿਹਨੂੰ ਲੱਗ ਰਿਹਾ ਹੈ ਕਿ ਮੈਂ ਗਲਤੀ ਨਾਲ ਪੈਸੇ ਲੈ ਲਏ ਸੀਗੇ, ਤੇ 31 ਦਸੰਬਰ 2020 ਤੋਂ ਤੱਕ ਜੇ ਤੁਸੀਂ ਉਹ ਪੈਸੇ ਮੋੜ ਦਿੰਦੇ ਹੋ, ਤੁਹਾਡੇ ਤੇ ਕੋਈ ਪੈਨਲਟੀ ਨਹੀਂ ਹੈ, ਤੁਹਾਡੇ ਤੇ ਕੋਈ ਇਹੋ ਜਿਹਾ ਇਲਜ਼ਾਮ ਨਹੀਂ ਹੈ, ਯਾਨੀ ਜੇ ਤੁਹਾਨੂੰ ਪੀਨਲਾਈਜ਼ ਕੀਤਾ ਜਾਏ ਉੱਤੇ ਕੋਈ ਇੰਟਰਸਟ ਵੀ ਨਹੀਂ ਹੈ। ਸੋ ਬੀ ਵੈਰੀ ਓਨੈਸਟ, ਬੀ ਸਮਾਰਟ। ਇੱਕ ਓਨੈਸਟ ਹੋਣਾ ਇੱਕ ਹੋਰ ਚੀਜ਼ ਹੈ, ਇਮਾਨਦਾਰਾਂ ਹੋਣਾ ਇੱਕ ਹੁੰਦਾ ਹੈ, ਸਮਾਰਟ ਹੋਣਾ ਤੇ ਇੱਕ ਹੁੰਦਾ ਹੈ ਓਵਰ ਸਮਾਰਟ ਹੋਣਾ। ਓਵਰ ਸਮਾਰਟ ਨਾ ਬਣੋ, ਕਿਸੇ ਨੇ ਤੁਹਾਨੂੰ ਫ੍ਰੀ ਪੈਸਾ ਨਹੀਂ ਦਿੱਤਾ, ਜਿਹੜਾ ਵੀ ਪੈਸਾ ਮਿਲਿਆ ਯੂ ਹੈਵ ਟੂ ਰਿਟਰਨ। ਬਿਲਕੁਲ, ਇਹਦੇ ਬਾਰੇ ਗੱਲ ਕਰਾਂਗੇ ਜੀ। ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਲਾਈਫ ਸਰਟੀਫਿਕੇਟ ਬਾਰੇ ਪੁੱਛਣਾ ਜੀ। ਸਰ ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਇਹਦੇ ਬਾਰੇ ਗੱਲ ਕਰ ਸਕਦੇ ਹੋ। ਲਾਈਫ ਸਰਟੀਫਿਕੇਟ ਤੋਂ ਬਾਅਦ ਸੇਮ ਨੰਬਰ ਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਜੀ ਤੁਸੀਂ ਗੱਲ ਕਰ ਲਿਓ। ਸ਼ੁਕਰੀਆ ਜੀ ਸਰ। ਸੋ ਮੈਂ ਕਹਿ ਰਿਹਾ ਸੀਗਾ ਕਿ ਜਿਹੜੇ ਹੁਣੇ 2 ਹੈਗੀਆਂ ਪੇਮੈਂਟਾਂ, ਇਹ ਸਾਨੂੰ ਵਾਪਸ ਕਰਨੀਆਂ ਪੈਣੀਆਂ। ਹੁਣ ਕੁਐਸਚਨ ਇਹ ਆ ਜਾਂਦਾ ਹੈ, ਕਈ ਭੈਣ ਭਰਾ ਇਹੋ ਜਿਹੇ ਭੋਲੇ ਵੀ ਨੇ, ਉਹ ਕਹਿੰਦੇ ਮੈਂ ਲੈ ਤੇ ਲਿਆਉਣ ਕਰਾਂਗੀ, ਕਿਸ ਤਰ੍ਹਾਂ ਦੇਵਾਂ। ਕੁਝ ਲੋਕ ਐਸੇ ਵੀ ਨੇ ਜਿਨ੍ਹਾਂ ਦੇ ਚੈੱਕ ਆਏ ਸੀ ਉਹਨਾਂ ਨੇ ਕੈਸ਼ ਨਹੀਂ ਕੀਤੇ, ਹਾਲੇ ਵੀ ਰੱਖੇ ਆ ਕਿ ਵੀ ਮੈਨੂੰ ਮੈਂ ਕਰਾਂ ਜਾਂ ਨਾ ਕਰਾਂ, ਉਹ ਜੱਕੋ ਤੱਕੇ ਚ ਹੈ। ਜਿਨ੍ਹਾਂ ਕੋਲ ਤੇ ਚੈੱਕ ਪਏ ਨੇ, ਤੁਸੀਂ ਉਹ ਚੈੱਕ ਐਜ਼ ਇਟ ਇਜ਼ CRA ਨੂੰ ਵਾਪਸ ਮੇਲ ਕਰ ਦਿਓ, ਕਿਉਂਕਿ ਤੁਹਾਡਾ ਬਕਾਇਦਾ ਅਕਾਊਂਟ ਹੈ, ਉਹ ਜਿਹੜਾ ਚੈੱਕ ਹੈ ਤੁਹਾਡੇ ਅਕਾਊਂਟ ਨਾਲ ਜੁੜਿਆ ਹੋਇਆ ਹੈ, ਉਹ ਆਟੋਮੈਟਿਕਲੀ ਉਹਨਾਂ ਕੋਲ ਵਾਪਸ ਚਲੇ ਜਾਣਗੇ। ਜਿਨ੍ਹਾਂ ਨੇ ਉਹ ਲੈ ਲਏ ਨੇ ਪਰ ਹੁਣ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ, ਤੁਸੀਂ ਉਹਦੇ 2 ਤਰੀਕੇ ਹੁੰਦੇ ਨੇ। ਇੱਕ ਤੇ ਹੈਗਾ ਕਿ ਤੁਸੀਂ ਆਪਣੇ ਅਕਾਊਂਟ ਨੂੰ ਲੌਗ ਇਨ ਕਰਕੇ, ਜਿਹੜਾ ਪੇਈ ਬਣਾਈ ਦੇ ਨਾ, ਪੇਈ ਅਕਾਊਂਟ, ਪੇਈ ਦੇ ਵਿੱਚ ਤੁਸੀਂ CRA ਨੂੰ ਬਣਾ ਲਓ। ਠੀਕ ਹੈ ਜੀ। ਜਦੋਂ ਤੁਸੀਂ CRA ਨੂੰ ਬਣਾਓਗੇ, ਉਹਦੇ ਵਿੱਚ ਜਾ ਕੇ CRA ਦੇ ਅੱਗੇ ਜਿਹੜਾ ਦਾ ਅਕਾਊਂਟ ਨੰਬਰ ਮੰਗਣਗੇ, ਉਹਦੀ ਜਗ੍ਹਾ ਤੁਸੀਂ ਆਪਣਾ SIN ਨੰਬਰ ਭਰ ਦੇਣਾ। ਠੀਕ ਹੈ ਜੀ। 9 ਨੰਬਰ ਦਾ SIN ਨੰਬਰ ਭਰ ਦਿਓ ਤੇ ਉਹਨੂੰ ਤੁਸੀਂ ਪੇ ਕਰ ਦਿਓ। ਜਦੋਂ ਪੇ ਕਰੋਗੇ, ਉਸ SIN ਨੰਬਰ ਦੇ ਅੱਗੇ CRA ਨੂੰ ਪੈਸਾ ਰਿਸੀਵ ਹੋ ਜਾਏਗਾ ਤੇ CRA ਨੂੰ ਪਤਾ ਹੈ ਕਿ ਇਹ ਪੈਸਾ ਸਾਨੂੰ ਕਿੱਥੋਂ ਆਇਆ। ਠੀਕ ਹੈ ਜੀ। ਇਸੇ ਤਰ੍ਹਾਂ ਜੇ ਸਰਵਿਸ ਓਨਟਾਰੀਓ ਤੋਂ ਤੁਸੀਂ ਲਿਆ ਹੈ, ਉਹਨਾਂ ਦਾ ਪੈਸਾ ਵਾਪਸ ਕਰਨਾ ਹੈ, ਉਹਨਾਂ ਦਾ ਵੀ ਸੇਮ ਸਿਸਟਮ ਹੈ। ਈਦਰ ਤੁਸੀਂ ਔਨ ਬੈਂਕ ਜਾ ਸਕਦੇ ਹੋ, ਜਾਂ ਜੇ ਤੁਸੀਂ ਕਹੋ ਜੀ ਮੈਂ ਆਪਣਾ ਚੈੱਕ ਭੇਜਣਾ ਹੈ, ਤੇ ਤੁਸੀਂ ਆਪਣੇ ਅਕਾਊਂਟ ਦਾ ਇੱਕ ਚੈੱਕ ਲਿਖ ਕੇ, ਜਿੱਥੇ ਥੱਲੇ ਮੈਮੋ ਲਿਖਿਆ ਹੁੰਦਾ ਹੈ, ਮੈਮੋ ਦੇ ਉੱਤੇ ਆਪਣਾ SIN ਨੰਬਰ ਲਿਖ ਦਿਓ। ਠੀਕ ਹੈ। ਤੇ ਉਹ SIN ਨੰਬਰ ਲਿਖ ਕੇ ਤੁਸੀਂ ਉਹਨਾਂ ਨੂੰ ਪੈਸਾ ਵਾਪਸ ਭੇਜ ਦਿਓ। ਉਹਨਾਂ ਨੂੰ ਇਹ ਪਤਾ ਲੱਗ ਜਾਏਗਾ ਪੈਸਾ ਕਿੱਥੋਂ ਆਇਆ ਔਰ ਕਿਹਦੇ ਅਕਾਊਂਟ 'ਚ ਆਇਆ। ਇਹਦੇ ਬਾਰੇ ਗੱਲ ਕਰਾਂਗੇ ਜੀ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਐਕਚੁਅਲੀ ਮੇਰਾ ਕੁਐਸਚਨ ਸੀਗਾ ਟਰਸੀ ਸਾਹਿਬ ਨੂੰ, ਜਿੱਦਾਂ ਇਹ ਜਿਹੜੀ 38,000 ਇਨਕਮ ਆ, ਇਹ ਇਕੱਲੇ ਇੰਡੀਵਿਜੂਅਲ ਦੀ ਹੈ ਜਿਹਨੇ CRV ਬੈਨੀਫਿਟ ਲਿਆ, ਜਾਂ ਹਸਬੈਂਡ ਵਾਈਫ ਦੋਨਾਂ ਦੀ ਕਾਊਂਟ ਕਰਨਗੇ? ਨਹੀਂ ਜੀ, ਹਰ ਇੰਡੀਵਿਜੂਅਲ ਦੀ ਹੈਗੀ ਹੈ। ਜੇ ਮੰਨ ਲਓ ਤੁਹਾਡੀ ਆਪਣੀ ਪਰਸਨਲ ਇਨਕਮ ਹੈ, ਤੁਹਾਡੀ 38,000 ਹੈ, ਤੁਹਾਡੇ ਹਸਬੈਂਡ ਦੀ 38,000 ਹੈ, ਸੋ ਇਹ ਇੰਡੀਵਿਜੂਅਲ ਅਕਾਊਂਟ ਦੇ ਉੱਤੇ ਹੈ। ਤੁਹਾਨੂੰ 38,000 ਤੋਂ ਉੱਪਰ ਜੇ ਤੁਸੀਂ ਲਿਆ ਹੋਇਆ, ਉਹਦਾ ਤੁਹਾਨੂੰ ਪੈਸਾ ਵਾਪਸ ਕਰਨਾ ਪਏਗਾ। ਜਿੱਦਾਂ ਜੇ ਮੇਰੇ ਹਸਬੈਂਡ ਨੇ ਲਿਆ, ਉਹਨਾਂ ਦੀ ਇਨਕਮ ਕਾਊਂਟ ਹੋਊ, ਇਕੱਲਿਆਂ ਦੀ, ਮੇਰੀ ਨਹੀਂ ਉਹਨਾਂ ਦੇ। ਬਿਲਕੁਲ। ਦੇਖੋ, ਇੱਕ ਗੱਲ ਧਿਆਨ ਰੱਖੋ, ਵਾਈਫ ਹਸਬੈਂਡ ਅਸੀਂ ਹੁੰਨੇ ਆ, ਜਦੋਂ ਅਸੀਂ ਟੈਕਸ ਭਰਨੇ ਆ, ਉੱਥੇ ਦੇਖਿਆ ਜਾਂਦਾ ਹੈ ਕਿ ਵਾਈਫ ਦੀ ਇਨਕਮ ਕਿੰਨੀ ਹੈ ਤੇ ਹਸਬੈਂਡ ਦੀ ਇਨਕਮ ਕਿੰਨੀ ਹੈ, ਉਹਦੇ ਬੇਸ ਤੇ ਅਸੀਂ ਇੰਡੀਵਿਜੂਅਲੀ ਭਰਨੇ ਆ। ਸੋ ਤੁਸੀਂ ਜਿਹੜੇ ਆਪਣੇ ਵਾਸਤੇ ਜ਼ਿੰਮੇਦਾਰ ਹੋ, ਤੁਹਾਡੇ ਹਸਬੈਂਡ ਆਪਣੇ ਵਾਸਤੇ ਜ਼ਿੰਮੇਵਾਰ ਨੇ। ਸੋ ਜੇ ਤੁਹਾਡੇ ਕੋਲ ਜ਼ਿਆਦਾ ਹੋਣਗੇ ਤੁਸੀਂ ਲਓਗੇ, ਜੇ ਉਹਨਾਂ ਕੋਲ ਜ਼ਿਆਦਾ ਹੋਣਗੇ ਤੇ ਉਹ ਦੇਣਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ, ਧੰਨਵਾਦ। ਪ੍ਰੋਗਰਾਮ ਦੇ ਵਿੱਚ ਸਰ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਇਨਕਮ ਦੀ, ਹੁਣ ਤੁਹਾਨੂੰ ਲੱਗਦਾ ਕਿ ਹੁਣ ਇਹ ਸਿਲਸਿਲਾ ਸ਼ੁਰੂ ਹੋ ਜਾਏਗਾ ਕਿ ਲੋਕਾਂ ਨੇ ਬਿਨਾਂ ਮਤਲਬ ਦੇ ਹੁਣ ਬੈਨੀਫਿਟਸ ਮੋੜਨੇ ਸ਼ੁਰੂ ਹੋ ਜਾਣਗੇ ਤਾਂ ਕਿ ਜਿਹੜੇ 38 ਤੋਂ ਨੀਚੇ ਹੀ ਰਵੇ ਇਨਕਮ? ਦੇਖੋ, ਉਹ ਗੱਲ ਹੁਣ ਡਿਪੈਂਡ ਕਰਦਾ ਹੈ, ਇਹ ਤੇ ਤੁਹਾਡੇ ਇੰਡੀਵਿਜੂਅਲ ਸੋਚਣ ਤੇ ਹੈ। ਪਹਿਲੀ ਗੱਲ, ਗਵਰਨਮੈਂਟ ਨੇ ਇੱਕ ਪ੍ਰੋਗਰਾਮ ਦਿੱਤਾ ਹੈ
ਹੁਣ ਪ੍ਰੋਗਰਾਮ, ਹਰ ਪ੍ਰੋਗਰਾਮ ਦੇ ਵਿੱਚ ਭਾਵੇਂ ਠੀਕ ਹੋਵੇ ਭਾਵੇਂ ਗਲਤ ਹੋਵੇ, ਉਹ 'ਚ ਹਮੇਸ਼ਾ ਚਾਂਸ ਹੁੰਦਾ ਅਬਿਊਜ਼ ਹੋਣ ਦਾ। ਠੀਕ ਹੈ, ਇਹ ਹੁਣ ਅਸੀਂ ਜਿਸ, ਭਾਵੇਂ ਚਲੋ ਮੈਂ ਵੀ ਇੰਡੀਅਨ ਹਾਂ, ਤੁਸੀਂ ਵੀ ਇੰਡੀਅਨ ਹੋ, ਸਾਡਾ ਜਿਹੜਾ ਉੱਥੋਂ ਦਾ ਜੰਮਪਲ ਹੈ, ਉੱਥੋਂ ਦਾ ਚਾਲ ਚੱਲਣਾ ਉਹ ਡਿਫਰੈਂਟ ਹੈ ਇੰਡੀਆ ਦਾ। ਪਰ ਇੱਥੇ ਆ ਕੇ ਤੁਹਾਨੂੰ ਇੱਕ ਰਿਸਪੈਕਟ ਨਾਲ ਦੇਖਿਆ ਜਾਂਦਾ ਹੈ, ਔਰ ਰਿਸਪੈਕਟ 'ਚ ਇਹ ਦੇਖਿਆ ਜਾਂਦਾ ਕਿ ਤੁਸੀਂ ਇਮਾਨਦਾਰ ਹੋ, ਕੰਟਰੀ ਲਈ ਵੀ ਇਮਾਨਦਾਰ ਹੋ, ਆਪਣੇ ਲਈ ਵੀ ਇਮਾਨਦਾਰ ਹੋ। ਤੇ ਜੇ ਹੁਣ ਮੰਨ ਲਓ ਇਮਾਨਦਾਰੀ ਦੇ ਵਿੱਚ ਕੋਈ ਚੀਜ਼ ਤੁਹਾਨੂੰ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਲੱਗੇ ਕਿ ਮੈਂ ਸਮਾਰਟ ਆ, ਮੈਂ 2 ਲਾ ਲਾਂਗਾ, ਉਹ ਤੁਹਾਡੀ ਸੋਚ ਹੈ। ਮਿਸਾਲ ਦੇਣ ਲੱਗਾ ਤੁਹਾਨੂੰ, ਜੇ ਤੁਸੀਂ ਕਾਟੇਜ ਕੰਟਰੀ ਚਲੇ ਜਾਓ, ਉੱਥੇ ਬਹੁਤ ਸਾਰੇ ਜਿਹੜਾ ਸ਼ਹਿਦ ਹੁੰਦਾ ਨਾ, ਉਹ ਕੰਪਨੀਆਂ ਜਿਹੜੀਆਂ ਸ਼ਹਿਦ ਬਣਾਉਂਦੀਆਂ, ਉੱਥੇ ਤੁਹਾਨੂੰ ਕੋਈ ਬੰਦਾ ਨਹੀਂ ਮਿਲੇਗਾ। ਉੱਥੇ ਕੀ ਹੈ, ਬਾਹਰ ਉਹਨਾਂ ਨੇ ਇੱਕ ਕਮਰਾ ਜਿਹਾ ਬਣਾਇਆ, ਉਹਦੇ ਅੰਦਰ ਸ਼ਹਿਦ ਪਿਆ ਹੈ, ਜਿਹੜੇ ਹੈਗੇ ਉਹਦੇ ਉੱਤੇ ਟੈਗ ਲੱਗਾ ਹੈ, ਪ੍ਰਾਈਸ ਲੱਗੀ ਹੈ। ਤੁਸੀਂ ਜਾਓ, ਜਿਹੜਾ ਮਰਜ਼ੀ ਚੱਕੋ, ਜਿਹੜੇ ਪੈਸੇ ਤੁਹਾਡੇ ਬਣਦੇ ਆ ਉਹ ਤੁਸੀਂ ਉਹਨੇ ਉੱਥੇ ਡੱਬਾ ਲਗਾਓ, ਚ ਪਾ ਦਿਓ। ਜੇ ਤੁਸੀਂ ਸਮਝੋ ਤੁਸੀਂ ਡਾਲਰ ਤੁਹਾਨੂੰ ਵਾਪਸ ਹੀ ਆਉਣਾ ਸੀ, ਉੱਥੇ ਕੋਇਨਸ ਦਾ ਢੇਰ ਲੱਗਾ, ਤੁਸੀਂ $1 ਆਪਣਾ ਚੁੱਕ ਕੇ ਵਾਪਸ ਆਉਂਦੇ। ਇਹਨੂੰ ਕਹਿੰਦਾ ਇਮਾਨਦਾਰੀ। ਪਰ ਜੇ ਹੁਣ ਮੈਂ $1 ਦੀ ਜਗ੍ਹਾ ਮੈਂ $3 ਚੁੱਕ ਕੇ ਸੋਚਾਂ ਕਿ ਮੈਂ ਸਮਾਰਟ ਸੀ, ਮੈਂ $3 ਚੁੱਕ ਲਏ, ਉਹ ਫਿਰ ਇਮਾਨਦਾਰੀ ਕਾਹਦੀ ਰਹਿ ਗਈ? ਉਹ ਤਾਂ ਮੇਰੀ ਸੋਚ ਹੀ ਮਾੜੀ ਹੈ। ਸੋ ਇਹੋ ਹੀ ਪੁਆਇੰਟ ਮੈਂ ਤੁਹਾਨੂੰ ਕਹਿਣਾ, ਇਸ ਲਈ ਮਿਸਾਲ ਦਿੱਤੀ ਹੈ ਕਿ ਇਮਾਨਦਾਰੀ ਦਾ ਇੱਕ ਲੈਵਲ ਹੈ। ਲੈਵਲ ਇਹ ਹੁੰਦਾ ਹੈ ਕਿ ਜੋ ਮੈਂ ਡਿਜ਼ਰਵ ਕਰਦਾ ਉਹ ਤੇ ਮੈਂ ਲਵਾਂਗਾ ਹੀ ਲਵਾਂਗਾ, ਔਰ ਉਹ ਮੇਰਾ ਹੱਕ ਬਣਦਾ ਹੈ। ਪਰ ਜਿਹੜਾ ਮੈਂ ਡਿਜ਼ਰਵ ਨਾ ਕਰਦਾ ਹੋਵਾਂ, ਜੇ ਮੈਂ ਉਹ ਲਵਾਂ, ਉਹ ਫਿਰ ਅਬਿਊਜ਼ ਹੈ। ਸੋ ਇਸ ਵਜ੍ਹਾ ਕਰਕੇ ਜਿਹੜੇ ਵੀ ਸਾਡੇ ਭੈਣ ਭਰਾ, ਮੰਨ ਲਓ ਤੁਹਾਨੂੰ ਲੱਗਦਾ ਹੈ ਕਿ ਮੈਂ ਗਲਤੀ ਨਾ ਲੈ ਰਿਹਾ, ਮੰਨ ਲਓ ਗਲਤੀ ਨਾ ਸੀ, ਮੈਂ ਸਮਾਰਟ ਬਣ ਕੇ ਵੀ ਲੈ ਲਏ ਸੀ, ਜਾਣ ਕੇ ਲੈ ਲਏ ਹੈ, ਹਾਲੇ ਵੀ ਮੌਕਾ ਹੈ। ਮੌਕਾ ਇਹ ਹੈਗਾ ਕਿ ਬਾਏ ਦਸੰਬਰ 2020 ਤੱਕ, 31 ਦਸੰਬਰ ਤੋਂ ਪਹਿਲੋਂ ਜੇ ਤੁਹਾਨੂੰ ਲੱਗਦਾ ਮੈਂ ਪੈਸੇ ਲਏ ਨੇ ਤੇ ਵਾਪਸ ਕਰ ਦਿਓ। ਹੁਣ ਤੁਸੀਂ ਕਹੋ ਜੀ ਮੈਨੂੰ ਕਿਵੇਂ ਪਤਾ ਲੱਗੂਗਾ ਕਿ ਮੈਂ ਲਏ ਕਿ ਨਹੀਂ ਲਏ? ਪਲੀਜ਼ ਗੋ ਟੂ ਯੂਰ ਅਕਾਊਂਟੈਂਟ, ਆਪਣੇ ਅਕਾਊਂਟੈਂਟ ਨੂੰ ਦੱਸੋ ਕਿ ਮੈਂ ਲਿਆ ਜੀ, ਇੰਨੀ ਮੈਨੂੰ ਸਰਬ ਆਈ ਸੀ ਜਾਂ ਇੰਨੀ CRB ਆ ਰਹੀ ਹੈ, ਡੂ ਆਈ ਕੁਆਲੀਫਾਈ? ਕਿਉਂਕਿ ਤੁਹਾਨੂੰ ਕੋਈ ਜ਼ਬਰਦਸਤੀ ਨਹੀਂ ਦੇ ਰਿਹਾ, ਕਿਉਂਕਿ ਸਰਬ ਤੇ ਆ ਰਹੀ ਸੀ, ਤੁਹਾਨੂੰ ਪੂਰਾ ਆਏਗੀ ਬਗੈਰ ਪੁੱਛੇ। ਪਰ ਜਿਹੜੀ CRB ਹੈ, ਇਹ ਲੈਣ ਵਾਸਤੇ ਤੁਹਾਨੂੰ ਹਰ 2 ਹਫ਼ਤੇ ਬਾਅਦ ਅਪਲਾਈ ਕਰਨਾ ਪੈਣਾ। ਮੰਨ ਲਓ ਜੇ ਮੈਂ ਸਮਝਣਾ ਕਿ ਮੈਂ ਮੌਕੇ ਮੈਂ ਅਗਲਾ ਅਪਲਾਈ ਨਾ ਕਰਾਂ, ਸੋ ਕਹਿਣ ਦਾ ਮੇਰਾ ਭਾਵ ਇਹ ਹੈਗਾ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ ਮਿਲ ਕੇ ਉਹਦੇ ਨਾਲ ਡਿਸਕਸ ਕਰੋ ਕਿ ਜੀ ਮੈਂ ਕੁਆਲੀਫਾਈ ਕਰਦਾ ਹਾਂ ਜਾਂ ਕਰਦੀ ਹਾਂ ਜਾਂ ਨਹੀਂ। ਜੇ ਉਹ ਕਹਿੰਦਾ ਨਹੀਂ, ਤੁਸੀਂ ਨਹੀਂ ਕਰਦੇ, ਐਂਡ ਪਲੀਜ਼ ਡੋਂਟ ਬੀ ਗ੍ਰੀਡੀ, ਨਾ ਲਓ, ਕਿਉਂਕਿ ਕੱਲ ਨੂੰ ਜਦੋਂ ਲੈਣੇ ਤੇ ਦੇਣੇ ਪੈਣਗੇ ਉਦੋਂ ਤੁਹਾਨੂੰ ਬਹੁਤ ਚੁਭੇਗਾ, ਔਰ ਉਹ ਜਿਹੜੀ ਚੁਭਣ ਗਈ ਹੈ ਨਾ, ਉਹ ਤੁਹਾਨੂੰ ਇੰਝ ਲੱਗਣਾ ਜੋ ਗਵਰਨਮੈਂਟ ਨੇ ਸਾਡਾ ਧੱਕਾ ਕੀਤਾ। ਉਹਨਾਂ ਵਿਚਾਰਿਆਂ ਨੇ ਕੋਈ ਧੱਕਾ ਨਹੀਂ ਕੀਤਾ, ਉਹਨਾਂ ਨੇ ਸਾਨੂੰ ਮੈਕਸਿਮਮ ਬੈਨੀਫਿਟ ਦਿੱਤੇ ਨੇ ਜਿਹੜੇ ਵਰਲਡ ਦੀ ਕਿਸੇ ਕੰਟਰੀ ਨੇ ਨਹੀਂ ਦਿੱਤੇ। ਸੋ ਵੀ ਸ਼ੁੱਡ ਬੀ ਥੈਂਕਫੁਲ ਟੂ them। ਬਿਲਕੁਲ ਸਰ, ਹੁਣ ਜਿਵੇਂ ਤੁਸੀਂ ਦੱਸਿਆ ਕਿ ਉਸ ਤੋਂ ਬਾਅਦ ਸਰ ਹੁਣ ਜਿਹੜਾ ਟੈਕਸੇਸ਼ਨ ਸਿਸਟਮ ਸ਼ੁਰੂ ਹੋ ਜਾਣਾ ਸਾਡੀਆਂ ਲਾਇਬਿਲਿਟੀਜ਼ ਤੇ, ਤੁਸੀਂ ਗੱਲ ਕਰ ਰਹੇ ਹੋ ਕਿ ਸਾਨੂੰ ਉਹ ਮੋੜਨੇ ਪੈਣੇ ਆ। ਸਪੋਜ਼ ਕਿਸੇ ਦੀ ਇਨਕਮ ਦਾ 38 ਬਣ ਗਈ, ਪਰ ਇਸ ਤੋਂ ਬਾਅਦ ਉਹਦਾ ਬਿਜ਼ਨਸ ਜਾਂ ਉਹਦਾ ਕੰਮਕਾਰ ਪ੍ਰਭਾਵਿਤ ਹੋ ਗਿਆ ਤੇ ਉਹ ਟੈਕਸ ਅਦਾ ਕਰਨ ਦੀ ਸੂਰਤ ਵਿੱਚ ਨਹੀਂ ਹੈਗਾ, ਤਾਂ ਉਸ ਤੋਂ ਬਾਅਦ ਕੀ ਕੀਤਾ ਜਾਵੇ? ਦੇਖੋ ਗੱਲ ਇਹ ਹੈ, ਜੇ ਤੇ 38 ਤੋਂ ਤੁਸੀਂ ਥੱਲੇ ਹੋ, ਫਿਰ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਹੁਣ ਦੇਖੋ ਇਹ ਜਿਹੜੀ ਸੈਕੰਡ ਵੇਵ ਆਈ ਹੈ ਜਾਂ ਅਸੀਂ ਮੋਡੀਫਾਈਡ ਸੈਕੰਡ ਸਟੇਜ ਲਿਆਂਦੀ ਹੈ, ਇਹਦੇ ਨਾਲ ਫਿਰ ਜਿਹੜੇ ਖੁੱਲ੍ਹਦੇ ਬਿਜ਼ਨਸ ਹੀ ਬੰਦ ਹੋ ਗਏ ਜੀ। ਸੋ ਇਸੇ ਵਜ੍ਹਾ ਕਰਕੇ ਕਿ ਉਹ ਬਿਜ਼ਨਸਾਂ ਨੂੰ ਸਪੋਰਟ ਦਿੱਤੀ ਜਾ ਸਕੇ, ਇਸ ਵਜ੍ਹਾ ਕਰਕੇ ਉਹ ਕੋਸ਼ਿਸ਼ ਕਰ ਰਹੇ ਨੇ ਉਹਨੂੰ ਚਲਾਉਣ। ਦੇਖੋ ਹੁਣ ਇੱਕ ਬੜੀ ਵੱਡੀ ਇੰਡਸਟਰੀ ਹੈ ਜਿਹਨੂੰ ਅਸੀਂ ਕਹੀਦਾ ਹੈ 에ਅਰਲਾਈਨਸ, ਟਰੈਵਲ ਇੰਡਸਟਰੀ ਹੈ। ਟਰੈਵਲ ਇੰਡਸਟਰੀ ਕਦੋਂ ਚੱਲਦੀ ਹੈ? ਜਦੋਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਮਿਊਟ ਕਰਨੇ ਜਾਂਦੇ ਆਉਂਦੇ ਹਾਂ। ਫੋਰ ਐਗਜ਼ਾਮਪਲ, ਹੁਣ ਜਿਵੇਂ ਸਾਡੇ ਆਫਿਸ ਸਾਰੇ ਕੈਨੇਡਾ 'ਚ ਹੈ, ਅਸੀਂ ਕਦੀ ਵੈਨਕੂਵਰ ਹੁੰਦੇ ਹਾਂ, ਕਦੀ ਕੈਲਗਰੀ ਹੁੰਦੇ ਹਾਂ, ਕਦੀ ਅਸੀਂ ਵਿਨੀਪੈਗ ਹੁੰਦੇ ਹਾਂ। ਹੁਣ ਅੱਜ ਕੱਲ੍ਹ ਤੇ ਅਸੀਂ ਜਾ ਨਹੀਂ ਰਹੇ, ਹਰ ਕੰਮ ਅਸੀਂ ਫੋਨਾਂ ਤੇ ਕਰ ਰਹੇ ਹਾਂ ਜਾਂ ਵੀਡੀਓ ਦੇ ਕਾਲ ਤੇ ਕਰ ਰਹੇ ਹਾਂ। ਹੁਣ ਉਹਦੇ ਨਾਲ ਕੀ ਹੋਇਆ ਕਿ ਇੰਡਸਟਰੀ ਨੂੰ ਫਰਕ ਪਿਆ। ਹੁਣ ਉਹ ਜਿਹੜਾ ਇੰਡਸਟਰੀ ਨੂੰ ਫਰਕ ਪਿਆ, ਓਬਵੀਅਸਲੀ ਉਹਦੇ 'ਚ ਜੌਬਾਂ ਲਾਸ ਹੋਈਆਂ, ਬੜਾ ਕੁਝ ਹੋ ਰਿਹਾ। ਸੋ ਉਹਨੂੰ ਖੜਾ ਕਰਨ ਵਾਸਤੇ ਗਵਰਨਮੈਂਟ ਫਿਰ ਸਪੋਰਟ ਕਰ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਅਸੀਂ ਖੜੇ ਰੱਖੀਏ, ਚੱਲਦੇ ਰਹੀਏ ਤਾਂ ਜੋ ਹੋ ਸਕੇ। ਹੁਣ ਸਪੈਸ਼ਲੀ ਇਹ ਇੰਡਸਟਰੀ ਨੂੰ ਕਰਨ ਵਾਸਤੇ ਗਵਰਨਮੈਂਟ ਨੇ 28 ਮਿਲੀਅਨ ਡੋਜ਼ਸ ਜਿਹੜੇ ਰੈਪਿਡ ਟੈਸਟ ਹੈ, ਰੈਪਿਡ ਟੈਸਟ ਉਹ ਆ ਅਮੂਮਨ ਅਸੀਂ ਟੈਸਟ ਕਰਾਉਂਦੇ ਹਾਂ, ਉਹਨੂੰ 24 ਘੰਟੇ ਤੋਂ 48 ਘੰਟੇ ਲੱਗਦੇ ਉਹਦਾ ਰਿਜ਼ਲਟ ਆਉਣ। ਪਰ ਜਿਹੜਾ ਰੈਪਿਡ ਟੈਸਟ ਹੈ ਉਹ 15 ਮਿੰਟ ਦੇ ਵਿੱਚ ਤੁਹਾਨੂੰ ਜਵਾਬ ਆ ਜਾਂਦਾ ਉਹਦਾ ਕਿ ਵੀ ਤੁਸੀਂ ਕੋਵਿਡ ਨਾਲ ਅਫੈਕਟਡ ਹੋ ਜਾਂ ਨਹੀਂ ਹੋ। ਹੁਣ ਉਹ ਰੈਪਿਡ ਵਾਸਤੇ ਇਸੇ ਲਈ ਲਿਆਂਦਾ ਹੈ ਤਾਂ ਕਿ ਜਿਹੜੀ ਸਪੈਸ਼ਲੀ 에ਅਰਲਾਈਨ ਇੰਡਸਟਰੀ ਹੈ, ਜਿੱਥੇ ਫਟਾਫਟ ਆਪਾਂ ਟਰੈਵਲ ਕਰਨਾ ਹੈ। ਮੰਨ ਲਓ ਮੈਂ 에ਅਰਪੋਰਟ ਤੇ ਗਿਆ, ਉਹਨਾਂ ਨੇ ਮੇਰਾ ਉਸ ਵੇਲੇ ਟੈਸਟ ਲਿਆ, ਮੈਨੂੰ ਬਿਠਾਤਾ ਇੱਕ ਜਗ੍ਹਾ ਤੇ। ਜੇ ਮੇਰਾ ਪੋਜ਼ਿਟਿਵ ਆਇਆ, ਉਹਨਾਂ ਨੇ ਕਹਿਣਾ ਘਰ ਚਲੇ ਜਾਓ, ਜੇ ਨੈਗੇਟਿਵ ਆਇਆ ਉਹਨਾਂ ਨੇ ਕਹਿਣਾ ਚਲੋ ਜੀ ਫਲਾਈਟ 'ਚ ਬੈਠੋ। ਸੋ ਕਹਿਣ ਦਾ ਭਾਵ ਇਹ ਹੈ, ਹੁਣ ਇਸ ਤੋਂ ਬਾਅਦ ਗਵਰਨਮੈਂਟ ਹੋਰ ਕੀ ਕਰ ਸਕਦੀ ਹੈ? ਸੋ ਜਿੱਥੇ ਜਿੱਥੇ ਵੀ ਰੈਪਿਡ ਟੈਸਟ ਦੀ ਜ਼ਰੂਰਤ ਹੈ, ਗਵਰਨਮੈਂਟ ਉਹਨੂੰ ਐਲੋਕੇਟ ਕਰ ਰਹੀ ਹੈ, ਉਹ ਸਪੋਰਟ ਕਰ ਰਹੀ ਹਰ ਇੰਡਸਟਰੀ ਨੂੰ ਵੀ, ਕਿ ਤਾਂ ਕਿ ਅਸੀਂ ਚੱਲਦੇ ਰਹੀਏ। ਕਿਉਂਕਿ ਅੱਗੇ ਵੀ ਮੈਂ ਕਿਹਾ ਸੀਗਾ
ਕਿ ਜਦੋਂ ਕੋਈ ਚੀਜ਼ ਇੱਕ ਵਾਰੀ ਖੜ ਜਾਂਦੀ ਹੈ ਨਾ, ਯਾਨੀ ਸਟੈਂਡ ਸਟਿਲ ਹੋ ਜਾਏ, ਉਹਨੂੰ ਧੱਕਾ ਲਾਉਣਾ ਬੜਾ ਔਖਾ ਹੈ। ਪਰ ਜੇ ਚੱਲਦੇ ਚੱਲਦੇ ਵੀ ਅਸੀਂ ਉਹਨੂੰ ਧੱਕਾ ਲਾਈ ਜੀਏ, ਆਈ ਥਿੰਕ ਵੀ ਕੈਨ ਸਰਵਾਈਵ। ਬਿਲਕੁਲ ਜੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ? ਮੈਂ ਜੰਮੂ ਤੋਂ ਬੋਲ ਰਿਹਾ ਜੀ। ਜੀ ਦੱਸੋ ਜੀ, ਕੀ ਸਵਾਲ ਹੈ? ਮੁੱਖ ਸੈਕਟਰੀ ਮੇਰਾ ਨਾਮ ਹੈ ਜੀ। ਮੈਂ ਇੱਕ ਆਪਣੇ ਸਵਾਲ ਇਹਨਾਂ ਨੂੰ ਕਰਨਾ ਮਰ ਜਾ ਜੀ ਸਰ ਦੱਸੋ, ਕੀ ਸਵਾਲ ਹੈ? ਬੈਨੀਫਿਟ ਜਿਹੜਾ ਮੇਰੀ ਮਿਸਜ 4 ਮਾਰਚ ਨੂੰ ਬਿਮਾਰ ਹੋ ਗਈ ਜੀ। ਜੀ ਅਟੈਕ ਹੋ ਗਿਆ। ਅਸੀਂ ਉਹਦੇ ਬਾਰੇ 28 ਤਰੀਕ ਨੂੰ ਐਪਲੀਕੇਸ਼ਨ ਭਰਤੀ ਬੈਨੀਫਿਟ ਲਈ ਜੀ। ਉਹ ਤੋਂ ਬਾਅਦ ਵੀ ਸਾਨੂੰ ਨੰਬਰ ਭੇਜਤਾ, ਉਹਦੇ ਬਾਅਦ ਮਿਲਿਆ ਕੁਝ ਨਹੀਂ, ਉਹ ਬੰਦ ਹੋ ਗਿਆ ਦਫ਼ਤਰ। ਅਸੀਂ ਫਿਰ ਉਹਦਾ ਕੁਝ ਨਹੀਂ ਲਿਆ, ਮਤਲਬ 3 ਮਹੀਨੇ ਕੁਝ ਨਹੀਂ ਲਿਆ। ਅਸੀਂ 6ਵੇਂ ਮਹੀਨੇ 'ਚ ਜਾ ਕੇ ਮਤਲਬ ਉਹਦਾ ਬੈਨੀਫਿਟ ਲੈ ਲਿਆ, ਮਤਲਬ 2000 ਵਾਲਾ। ਪਹਿਲਾਂ 3 ਮਹੀਨੇ ਨਹੀਂ ਲਿਆ। ਹੁਣ ਉਹ ਜਿਹੜਾ ਸਾਡਾ ਰਹਿੰਦਾ, ਸਾਨੂੰ ਉਹ ਬਕਾਇਆ ਨਾ ਉਹ ਦਫ਼ਤਰ ਖੁੱਲਿਆ, ਨਾ ਸਾਨੂੰ ਮੁੜ ਕੇ ਮਿਲਿਆ। ਉਹਦਾ ਕਿੱਦਾਂ ਪਤਾ ਲੱਗੇ? ਦੇਖੋ, ਪਹਿਲੀ ਗੱਲ, ਜਦੋਂ ਤੁਹਾਡੇ ਮਿਸਿਸ ਬਿਮਾਰ ਹੋਏ ਉਦੋਂ ਕੰਮ ਕਰਦੇ ਸੀਗੇ ਉਹ? ਹਾਂਜੀ, ਕੰਮ ਤੇ ਬਿਮਾਰ ਹੋਏ ਸੀ। ਕੰਮ ਤੇ ਬਿਮਾਰ, ਫਿਰ ਉਹਨਾਂ ਨੇ ਲੇ ਆਫ ਦੇ ਦਿੱਤੀ ਜਾਂ ਸਿਕਨੈਸ ਤੇ ਚਲੇ ਗਏ? ਉਹਨੂੰ ਸਿਕਨੈਸ ਦੇ ਦਿੱਤੀ ਜੀ, ਸਿਕਨੈਸ ਭਰਤੀ 28 ਤਰੀਕ ਨੂੰ। ਠੀਕ ਹੈ। ਸੋ ਤੁਹਾਡਾ ਜਿਹੜਾ ਹੁਣ ਤੁਸੀਂ ਇਸ ਲਈ, ਕਿਉਂਕਿ ਆਪਾਂ ਬੈਠ ਕੇ ਆ ਗਏ ਆ ਨਵੰਬਰ ਦੇ ਵਿੱਚ ਨਾ ਹੋ, ਪਹਿਲੇ ਵੈਸੇ ਤੁਸੀਂ ਸੈਪਟੈਂਬਰ ਤੱਕ ਤੁਹਾਨੂੰ ਪੂਰਾ ਰਾਈਟ ਸੀਗਾ ਕਿ ਜਿਹੜੇ ਪਿਛਲੇ ਵੀ 3 ਮਹੀਨੇ ਤੁਸੀਂ ਨਹੀਂ ਲਏ ਬੈਨੀਫਿਟ, ਉਹ ਲੈ ਸਕਦੇ ਸੀ। ਪਰ ਹਾਲੇ ਵੀ ਹਾਂਜੀ, ਸੌਰੀ, ਹਾਂਜੀ 2 ਵਾਰੀ ਭਰਿਆ ਜੀ ਉਹਦੇ ਚ, ਮਤਲਬ ਫਿਰ ਠੀਕ ਹੈ, ਮਿਲਿਆ ਕੋਈ ਨਹੀਂ। ਜੇ ਤੁਸੀਂ ਭਰਿਆ, ਤੁਸੀਂ ਤੁਹਾਡੇ ਕੋਲ ਉਹਦਾ ਰੈਫਰੈਂਸ ਨੰਬਰ ਹੋਏਗਾ ਜ਼ਰੂਰ, ਜਦੋਂ ਤੁਸੀਂ ਅਪਲਾਈ ਕੀਤਾ। ਤੁਸੀਂ ਉਹਨਾਂ ਨੂੰ ਫਿਰ ਇੱਕ ਵਾਰੀ ਚੈੱਕਅਪ ਕਰੋ, ਉਹਨਾਂ ਨੂੰ ਅਪਲਾਈ ਕਰੋ, ਤੁਹਾਡਾ ਹੱਕ ਬਣਦਾ ਔਰ ਤੁਹਾਨੂੰ ਮਿਲ ਸਕਦੇ ਨੇ। ਕੁਝ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਾਡੇ ਨੈਕਸਟ ਕਾਲਰ ਵੀ ਇਸ ਵਕਤ ਜਿਹੜੇ ਫੋਨ ਲਾਈਨ ਤੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲ ਕਰ ਲਈਏ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਵਾਲੀਆ ਜੀ, ਕੀ ਹਾਲ ਚਾਲ? ਮੈਂ ਵਾਲੀਆ ਬੋਲ ਰਿਹਾ ਜੀ, ਬ੍ਰਾਂਪਟਨ ਤੋਂ। ਜੀ ਜੀ, ਸਵਾਗਤ ਹੈ ਪ੍ਰੋਗਰਾਮ ਜੀ। ਦੱਸੋ ਕੀ ਸਵਾਲ ਹੈ? ਹਾਂਜੀ, ਮੈਂ ਪੁੱਛਣਾ ਸੀਗਾ ਕਿ ਜਿਸ ਤਰ੍ਹਾਂ ਪਹਿਲੇ ਆਦਮੀ ਦੇ ਵਿੱਚ ਇੱਕ ਲਿਮਟ ਸੀ ਕਿ $1000 ਤੱਕ ਅਰਨ ਕਰਦਾ ਹੋਵੇ, ਉਸ ਤੋਂ ਘੱਟ ਕਰਦਾ ਹੋਵੇ ਤਾਂ ਉਹਨੂੰ ਉਹ ਮਿਲੂਗਾ CR। ਜੀ ਜੀ। ਉਸੇ ਕਿਸੇ ਮਹੀਨੇ 'ਚ 1000 ਦੀ ਬਜਾਏ ਮਤਲਬ ਉਹ ਥੋੜਾ ਜਿਹਾ ਵੀ ਜ਼ਿਆਦਾ, ਮਤਲਬ $50-100 ਵੀ ਜ਼ਿਆਦਾ ਹੋਵੇ ਤਾਂ ਕੀ ਉਸ ਮਹੀਨੇ 'ਚ ਉਹਦੀ ਐਲੀਜੀਬਿਲਟੀ ਨਹੀਂ ਬਣਦੀ ਫਿਰ ਉਹ? ਬਿਲਕੁਲ ਜੀ, ਇਸ ਤਰ੍ਹਾਂ ਹੈਗਾ ਕਿ ਜਿਹੜਾ ਉਹਨਾਂ ਨੇ ਸਾਨੂੰ ਇੱਕ ਟਾਰਗੇਟ ਦਿੱਤਾ ਸੀ ਨਾ, ਜੇ 1000 ਤੋਂ ਥੱਲੇ ਹੈ ਤੇ ਤੁਸੀਂ ਕੁਆਲੀਫਾਈ ਕਰਦੇ ਸੀ, ਤੁਹਾਨੂੰ ਮਿਲਦੇ ਸੀ। ਜਿਸ ਮਹੀਨੇ ਵੀ ਜੇ ਮੇਰੇ 1000 ਤੋਂ ਉੱਪਰ ਇਨਕਮ ਬਣ ਜਾਵੇ ਤੇ ਫਿਰ ਆਬਵੀਅਸਲੀ ਤੁਸੀਂ ਉਸ ਕੈਟਾਗਰੀ 'ਚੋਂ ਉਸ ਪੀਰੀਅਡ ਲਈ ਬਾਹਰ ਹੋ ਜਾਂਦੇ ਹੋ। ਜੇ ਅਗਲੇ ਮਹੀਨੇ ਫਿਰ ਮੇਰੀ 1000 ਤੋਂ ਥੱਲੇ ਇਨਕਮ ਆ ਜਾਏ, ਮੈਂ ਫਿਰ ਅਪਲਾਈ ਕਰ ਸਕਦਾ। ਸੋ ਇੱਕ ਉਹਨਾਂ ਨੇ ਸਟੈਂਡਰਡ ਬਣਾਇਆ ਸੀ। ਹੁਣ ਇਹ ਜੇ ਕਿਹਾ ਜਾਏ ਕਿ ਇਹ ਠੀਕ ਤਰੀਕਾ ਸੀਗਾ ਜਾਂ ਗਲਤ ਤਰੀਕਾ ਸੀਗਾ, ਦੇਖੋ ਕਮੀ ਪੇਸ਼ੀ ਹਰ ਸਿਸਟਮ 'ਚ ਹੁੰਦੀ ਹੈ। ਹੋ ਸਕਦਾ ਹੈ ਜਦੋਂ ਲੌਂਗ ਰਨ 'ਚੋਂ ਦੇਖਣ ਕਿ ਤੁਸੀਂ ਇੱਕ ਮਹੀਨੇ ਤੇ 900 ਬਣਾਇਆ, ਇੱਕ ਮਹੀਨੇ 1100 ਬਣਾਇਆ, ਤੀਸਰੇ ਮਹੀਨੇ 800 ਬਣਾਇਆ, ਹੋ ਸਕਦਾ ਜਦੋਂ CRA ਉਹਨੂੰ ਰਿਵਿਊ ਕਰੇ ਉਹ ਕਹਿ ਸਕਦੇ ਆ ਕਿ ਓਕੇ ਯੂ ਕੈਨ ਕੀਪ ਦੈਟ ਬੈਨੀਫਿਟ ਵਿਦ ਯੂ। ਪਰ ਟੈਕਨੀਕਲੀ 1000 ਦੀ ਜਿਹੜੀ ਉਹ ਲਿਮਿਟ ਸੀਗੀ ਉਹ ਸੈਲਫ ਏਮਪਲੋਇਡ ਲੋਕਾਂ ਵਾਸਤੇ ਸੀਗੀ ਕਿ ਜੇ 1000 ਤੋਂ ਥੱਲੇ ਦੀ ਇਨਕਮ ਹੈ ਯੂ ਕੁਆਲੀਫਾਈ, ਅਦਰਵਾਈਜ਼ ਨੋ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ। ਬਿਲਕੁਲ ਠੀਕ ਹੈ ਜੀ। ਮੈਂ ਐਕਚੁਅਲੀ ਸੈਲਫ ਏਮਪਲੋਇਡ ਬਾਰੇ ਹੀ ਗੱਲ ਕਰ ਰਿਹਾ ਸੀ। ਇੰਸ਼ੋਰੈਂਸ ਕੰਪਨੀ ਦੇ ਏਜੰਟ ਹੁੰਦੇ ਆ, ਉਹਨਾਂ ਨੂੰ ਕਮਿਸ਼ਨ ਨਾਲ ਦੀ ਨਾਲ ਨਹੀਂ ਮਿਲਦੀ, ਕਿ ਲੇਟਰ ਬਾਅਦ ਚ ਮਿਲਦਾ ਕਈ ਕੰਪਨੀਆਂ ਤੋਂ, ਡਿਫਰੈਂਟ ਕੰਪਨੀਆਂ ਤੋਂ। ਤਾਂ ਕਰਕੇ ਮੈਂ ਗੱਲ ਕਰ ਰਿਹਾ ਸੀ। ਔਰ ਦੂਜਾ ਮੇਰਾ ਪੁੱਛਣਾ ਸੀ, ਜਿਹੜਾ CRB ਹੈਗਾ ਕਿ ਉਹਦੇ ਚ ਵੀ ਲਿਮਟ ਹੈਗੀ ਹੈ ਕਿ $1000 ਤੱਕ ਕਮਾਓ ਤਾਂ ਉਹਨੂੰ ਮਿਲੂਗਾ ਜਾਂ ਨਹੀਂ? ਜਾਂ ਕੋਈ ਦੇਖੋ, CRB ਜਿਹੜਾ ਹੈਗਾ ਨਾ, ਇੱਕ ਕਿਸਮ ਦਾ ਇਹ EI ਦੀ ਰਿਪਲੇਸਮੈਂਟ ਹੈ। ਯਾਨੀ ਤੁਹਾਨੂੰ CRB ਲੈਣ ਵਾਸਤੇ ਹਰ 15 ਦਿਨ ਦੀ ਆਪਣੀ ਇਨਕਮ ਪਹਿਲਾਂ ਗਵਰਨਮੈਂਟ ਨੂੰ ਦਿਖਾਉਣੀ ਪਏਗੀ ਔਰ ਉਹਦਾ ਬਕਾਇਦਾ ਪ੍ਰੂਫ ਦੇਣਾ ਪਏਗਾ ਕਿ ਆਹ ਮੇਰੀ ਇਨਕਮ ਹੈ। ਉਹਦੇ ਬੇਸ ਤੇ ਤੁਸੀਂ ਕੁਆਲੀਫਾਈ ਕਰੋਗੇ। ਜੇ ਤੁਸੀਂ ਕੁਆਲੀਫਾਈ ਕਰਦੇ ਹੋਵੋਗੇ CRB ਤੁਹਾਨੂੰ ਮਿਲ ਜਾਏਗੀ, ਜੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਹੋਵੋਗੇ ਬਿਲਕੁਲ ਨਹੀਂ ਮਿਲੇਗੀ। ਪਰ ਇੱਥੇ ਮੈਂ ਇੱਕ ਗੱਲ ਜ਼ਰੂਰ ਕਹਾਂ ਕਿ ਓਵਰਆਲ ਭਾਵੇਂ ਤੁਸੀਂ CRB ਲਿਆ ਜਾਂ CRB ਲੈ ਰਹੇ ਹੋ, ਇਹਦੀ ਜਿਹੜੀ ਕੈਪ ਹੈ ਉਹ 38,000 ਹੈ। 38,000 ਤੋਂ ਥੱਲੇ ਜੇ ਤੁਹਾਡੀ ਇਨਕਮ ਹੈਗੀ 31 ਦਸੰਬਰ ਨੂੰ, ਫਿਰ ਤੇ ਠੀਕ ਹੈ। ਜੇ 38,000 ਤੋਂ ਉੱਪਰ ਹੋ ਜਾਏਗੀ, ਐਵਰੀ ਡਾਲਰ ਮੋਰ ਦੈਨ 38,000 ਉਹਦਾ 50% ਤੁਹਾਨੂੰ ਵਾਪਸ ਕਰਨਾ ਪਏਗਾ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ। ਤੇ ਸਰ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਲਈ ਆਪਾਂ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਤੇ ਫਾਈਨੈਂਸ਼ੀਅਲ ਐਡਵਾਈਸਸ ਜੇਕਰ ਤੁਸੀਂ ਕੋਈ ਹੋਰ ਚਾਹੁੰਦੇ ਹੋ ਸਾਨੂੰ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ। ਕਲਸੀ ਜੀ ਤੁਹਾਡੇ ਸਵਾਲਾਂ ਦੇ ਵੀ ਜਵਾਬ ਦੇਣਗੇ। ਨਾਲ ਹੀ ਇਸ ਦੇ ਬਾਰੇ ਵਿੱਚ ਆਪਾਂ ਹੋਰ ਜਾਣਕਾਰੀ ਲਵਾਂਗੇ ਕਿ 40K ਦਾ ਜਿਹੜਾ 40,000 ਦੇ ਲੋਨ ਨੂੰ ਅਪਗ੍ਰੇਡ ਕੀਤਾ ਗਿਆ 60,000 ਤੱਕ ਕੀਤਾ ਗਿਆ, ਇਹਨੂੰ ਕਿਵੇਂ ਲੈ ਸਕਦੇ ਆ, ਇਹਦੇ ਲਈ ਕੀ ਕੰਡੀਸ਼ਨਸ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ। ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ
ਦੁਨੀਆ ਦੇ ਕੋਨੇ-ਕੋਨੇ ਵਿੱਚ ਵਸਦੇ ਪੰਜਾਬੀਆਂ ਨੂੰ ਮਹਾਰਾਜਾ ਸਵੀਟਸ ਦੇ ਵੱਲੋਂ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਤਿਉਹਾਰਾਂ ਦੇ ਮੌਸਮ ਵਿੱਚ ਭਾਰਤੀ ਪਕਵਾਨਾਂ ਅਤੇ ਮਿਠਾਈਆਂ ਨੂੰ ਕਰ ਰਹੇ ਹੋ ਮਿਸ ਤਾਂ ਹੁਣੇ ਚੁੱਕੋ ਮੋਬਾਈਲ ਅਤੇ ਕਮਾਓ ਫੋਨ ਮਹਾਰਾਜਾ ਸਵੀਟਸ ਨੂੰ। ਇੱਥੇ ਤੁਹਾਨੂੰ ਮਿਲਣਗੀਆਂ ਹਰ ਤਰ੍ਹਾਂ ਦੀਆਂ ਮਿਠਾਈਆਂ ਅਤੇ ਪਕਵਾਨ, ਉਹ ਵੀ ਭਾਰਤੀ ਸਵਾਦ ਅਨੁਸਾਰ। ਇੱਕ ਵਾਰ ਖਾਓਗੇ ਤਾਂ ਮਹਾਰਾਜਾ ਸਵੀਟਸ ਦਾ ਸਵਾਦ ਭੁਲਾ ਨਹੀਂ ਪਾਓਗੇ। ਸ਼ੁੱਧ ਅਤੇ ਤਾਜ਼ਾ ਮਿਠਾਈਆਂ ਅਤੇ ਪਕਵਾਨਾਂ ਲਈ ਅੱਜ ਹੀ ਪਹੁੰਚੋ ਮਹਾਰਾਜਾ ਸਵੀਟਸ। ਦੀਵਾਲੀ ਦੇ ਦਿਨਾਂ ਲਈ ਕਰਬਸਾਈਡ ਪਿਕਅਪ ਅਵੇਲੇਬਲ। ਕਰਬਸਾਈਡ ਪਿਕਅਪ ਲਈ ਫੋਨ ਨੰਬਰ ਨੋਟ ਕਰ ਲਵੋ 6462493046। ਐਡਰੈਸ ਮਹਾਰਾਜਾ ਸਵੀਟਸ, ਜੈਕਸਨ ਹਾਈਟਸ, ਨਿਊਯਾਰਕ। ਫੋਨ 7185052680। ਪਰਮ ਫਰੀਟ LLC ਅਮਰੀਕਾ ਦੀ ਲੀਡਿੰਗ ਟਰੱਕਿੰਗ ਕੰਪਨੀਆਂ ਦੇ ਵਿੱਚੋਂ ਇੱਕ। ਇਹਨਾਂ ਨੂੰ ਚਾਹੀਦੇ ਨੇ ਓਨਰ ਆਪਰੇਟਰ ਅਤੇ ਟਰੱਕ ਡਰਾਈਵਰਸ। ਜੀ ਹਾਂ, ਜੇਕਰ ਤੁਸੀਂ ਹੋ ਓਨਰ ਆਪਰੇਟਰ, ਡਰਾਈਵਰ, ਸੋਲੋ ਟੀਮ ਡਰਾਈਵਰ ਜਾਂ ਫਿਰ ਸੋਲੋ ਓਨਰ ਆਪਰੇਟਰ ਤਾਂ ਅੱਜ ਹੀ ਅਪਲਾਈ ਕਰੋ। ਕੰਪਨੀ ਦੀ ਆਪਣੀ ਬ੍ਰੋਕਰੇਜ, ਡਿਸਪੈਚ ਦੀ ਆਫਰ ਵੀ ਦਿੱਤੀ ਜਾਏਗੀ। MC ਨੰਬਰ ਕੰਪਨੀ ਦੇਵੇਗੀ ਤੇ ਲੀਜ਼ ਵੀ ਦਿੰਦੀ ਹੈ। ਟਰੱਕ ਜਾਂ ਫਿਰ ਟ੍ਰੇਲਰ ਲੀਜ਼ ਜਾਂ ਫਿਰ ਰੈਂਟ ਤੇ ਲੈਣ ਵਿੱਚ ਵੀ ਮਦਦ ਕੀਤੀ ਜਾਏਗੀ। ਫ੍ਰੀ ELD ਡਿਸਕਾਊਂਟ ਤੇ 23 ਸੈਂਟ ਪਰ ਗੈਲਨ ਲੈਣ ਲਈ ਫਿਊਲ ਕਾਰਡ ਵੀ ਦਿੱਤਾ ਜਾਏਗਾ। ਕੰਪਨੀ ਕੋਸਟ ਟੂ ਕੋਸਟ ਤੇ ਮਿਡਵੈਸਟ ਵਿੱਚ ਕੰਮ ਕਰਦੀ ਹੈ। ਬ੍ਰੋਕਰੇਜ ਐਂਡ ਡਿਸਪੈਚ। ਵਧੇਰੇ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਅਮਨ ਸੋਹਤਾ ਜਾਂ ਫਿਰ ਗੁਰਮੀਤ ਬਰਾੜ ਦੇ ਨਾਲ। ਫੋਨ 9197933232। ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਪ੍ਰੋਗਰਾਮ ਪੈਸਾ ਧੇਲਾ ਵਿੱਚ। ਮੈਂ ਹਾਂ ਤਰਨਜੀਤ ਕੌਰ ਤੇ ਅੱਜ ਸਾਡੇ ਨਾਲ ਅਰਵਿੰਦਰ ਕਲਸੀ ਜੀ ਮੌਜੂਦ ਨੇ ਜੋ ਕਿ ਸਾਨੂੰ ਫਾਈਨੈਂਸਿਸ ਦੇ ਬਾਰੇ ਵਿੱਚ ਜਾਣਕਾਰੀ ਦੇ ਰਹੇ ਨੇ। ਸਭ ਤੋਂ ਬਾਅਦ ਸਰਕਾਰ ਨੇ CRV ਸਟਾਰਟ ਕੀਤਾ, ਇਸ ਤੋਂ ਬਾਅਦ ਹੁਣ ਕਿਹੜੇ-ਕਿਹੜੇ ਨਵੇਂ ਬੈਨੀਫਿਟਸ ਚੱਲ ਰਹੇ ਉਹਦੇ ਬਾਰੇ ਅਸੀਂ ਗੱਲਬਾਤ ਕੀਤੀ ਹੈ। ਟੈਕਸ ਦੇ ਬਾਰੇ ਵਿੱਚ ਅਸੀਂ ਗੱਲਬਾਤ ਕੀਤੀ ਹੈ, ਜਿਹੜਾ ਆਉਣ ਵਾਲਾ ਟੈਕਸ ਹੈ ਉਹਦੇ ਵਿੱਚ ਜੋ ਲਿਮਿਟ ਹੋਏਗੀ ਉਹਦੀ ਅਸੀਂ ਪੂਰੀ ਜਾਣਕਾਰੀ ਦਿੱਤੀ ਹੈ। ਲਾਈਵ ਪ੍ਰੋਗਰਾਮ 'ਚ ਤੁਸੀਂ ਵੀ ਕਾਲ ਕਰ ਸਕਦੇ ਹੋ, ਕੋਈ ਸਵਾਲ ਹੈ ਤੁਹਾਡਾ ਤੁਸੀਂ ਸਾਨੂੰ ਪੁੱਛ ਸਕਦੇ ਹੋ। ਸਰ ਇੱਕ ਕਾਲਰ ਜੁੜ ਗਏ ਨੇ, ਪਹਿਲਾਂ ਸਵਾਲ ਜੀ ਹਾਂਜੀ ਪਲੀਜ਼। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਐਡਮਿੰਟਨ ਤੋਂ ਬੋਲ ਰਿਹਾ ਜੀ, ਅਲਬਰਟਾ ਤੋਂ। ਜੀ ਸਰ, ਦੱਸੋ ਕੀ ਸਵਾਲ ਹੈ? ਮੈਂ ਸਰ ਨੂੰ ਪੁੱਛਣਾ ਸੀ, ਅਸੀਂ ਜਿੱਦਾਂ ਮੇਰਾ ਬਿਜ਼ਨਸ ਹੈ ਸੀ, ਪਹਿਲਾਂ 40,000 ਜਿਹੜਾ ਗਵਰਨਮੈਂਟ ਲੋਨ ਸੀ ਉਹ ਲਿਆ ਸੀਗਾ ਜੀ, ਤੇ ਹੁਣ ਅਸੀਂ 20,000 ਜਿਹੜਾ ਲੋਨ ਆ ਉਹ ਫਿਰ ਅਸੀਂ ਲੈ ਸਕਦੇ ਹਾਂ? ਜ਼ਰੂਰ ਲੈ ਸਕਦੇ ਹੋ ਜੀ। ਤੇ ਜੇ ਅਸੀਂ ਜੇ ਲੈ ਸਕਦੇ ਹਾਂ ਕਿ ਜਦੋਂ ਅਸੀਂ ਇਹ ਵਾਪਸੀ ਕਰਨੀ ਹੈ ਕਿ ਉਹ ਕਿੰਨੇ ਪੈਸੇ ਵਾਪਸ ਕਰਨੇ ਤੇ ਉਹਦੇ ਤੇ ਟੈਕਸ ਕੀ ਬਣੂਗਾ? ਮੈਂ ਤੁਹਾਨੂੰ ਦੱਸਣਾ ਜੀ, ਜਿਹੜਾ ਤੁਸੀਂ ਪਹਿਲਾਂ 40,000 ਲਿਆ ਸੀਗਾ ਉਹ ਤੁਸੀਂ ਵਾਪਸ ਕਰਨਾ ਹੈ ਦਸੰਬਰ 2022 ਤੱਕ। ਉਹ 40,000 ਦੇ ਵਿੱਚੋਂ ਜੇ ਤੇ ਅਸੀਂ 30,000 ਵਾਪਸ ਕਰਤਾ ਤੇ 10,000 ਤੁਹਾਨੂੰ ਮਾਫ ਹੋ ਜਾਏਗਾ, ਤੁਹਾਨੂੰ ਸਿਰਫ 30 ਦੇਣਾ ਪਏਗਾ। ਇਹਦੇ ਉੱਤੇ ਨਾ ਤੇ ਕੋਈ ਇੰਟਰਸਟ ਹੈ, ਕੁਛ ਨਹੀਂ ਹੈਗਾ, ਫ੍ਰੀ ਮਨੀ ਹੈ। ਇਸੇ ਤਰ੍ਹਾਂ ਹੁਣ ਜਿਹੜਾ ਨਵਾਂ 20,000 ਸੈਂਕਸ਼ਨ ਹੋਇਆ ਹੈ, ਜੇ ਤੁਸੀਂ ਇਹ 20,000 ਵੀ ਲੈ ਲੈਂਦੇ ਹੋ, ਇਹਦੀ ਵੀ ਵਾਪਸੀ ਜਿਹੜੀ ਹੈ ਦਸੰਬਰ 22 ਤੱਕ ਹੈਗੀ ਹੈ। ਅੱਛਾ, ਜੇ ਅਸੀਂ ਦਸੰਬਰ 22 ਦੇ ਵਿੱਚ ਹੁਣ 40 ਤੇ 20 ਹੋ ਗਿਆ 60, ਹੁਣ 60,000 ਚੋਂ ਜੇ ਅਸੀਂ 40,000 ਵਾਪਸ ਦੇਤਾ ਦਸੰਬਰ 22 ਤੱਕ ਤੇ ਸਾਨੂੰ 20,000 ਮਾਫ ਹੋ ਜਾਏਗਾ। ਸੋ ਯਾਨੀ ਇਹ ਜਿਹੜਾ ਨਵਾਂ 20,000 ਮਿਲਣਾ ਇਹ ਚੋਂ 10,000 ਮਾਫ ਹੋ ਜਾਏਗਾ ਔਰ 10,000 ਤੁਹਾਨੂੰ ਵਾਪਸ ਕਰਨਾ ਪਏਗਾ। ਕੁੱਲ ਮਿਲਾ ਕੇ 60 ਤੋਂ 40 ਦਿੱਤਾ, 20 ਮਾਫ ਹੋ ਗਿਆ। ਤੇ ਇਹਦਾ ਜਦੋਂ ਵਾਪਸੀ ਕਰਨੀ ਹੈ ਟੈਕਸ ਵੀ ਪਊਗਾ? ਕੁਛ ਨਹੀਂ ਪੈਣਾ ਜੀ, ਕੋਈ ਪੈਸਾ ਨਹੀਂ, ਕੋਈ ਇੰਟਰਸਟ ਨਹੀਂ, ਕੁਛ ਨਹੀਂ। ਮੈਂ ਇੱਥੇ ਤੁਹਾਨੂੰ ਇੱਕ ਹੋਰ ਕਰੈਕਸ਼ਨ ਕਰਦਾ। ਮੰਨ ਲਓ 22 ਤੱਕ ਜੇ ਮੈਂ ਪਰਸਨਲ ਮੇਰਾ ਕੋਈ ਬਿਜ਼ਨਸ ਹੈ ਉਹ ਨਾ ਚੱਲਿਆ, ਕਿਸੇ ਵਜ੍ਹਾ ਨਾਲ ਕਰਕੇ ਮੇਰੇ ਕੋਲ ਤਾਕਤ ਨਾ ਹੋਈ 40,000 ਦੇਣ ਦੀ, ਕੀ ਹੋਏਗਾ ਫਿਰ? ਇਹ ਜਿਹੜਾ 60,000 ਹੈ ਇਹ ਤੁਹਾਡਾ ਇੱਕ ਟਰਮ ਲੋਨ ਬਣ ਜਾਏਗਾ। ਟਰਮ ਲੋਨ ਬਣ ਕੇ ਇਹਦੇ ਉੱਤੇ ਅਪਰੋਕਸੀਮੇਟਲੀ 5% ਦਾ ਕਰੀਬ ਇੰਟਰਸਟ ਰੇਟ ਹੋਏਗਾ, ਜਿਹੜੀਆਂ ਫਿਰ ਤੁਸੀਂ ਹਰ ਮਹੀਨੇ ਇੱਕ ਕਿਸਮ ਦੀ ਟਰਮ ਲੋਨ ਦੀ ਕਿਸ਼ਤ ਦਿਆ ਕਰੋਗੇ ਆਪਣੇ ਬੈਂਕ ਨੂੰ, ਜਿੰਨੀ ਦੇਰ ਪੂਰਾ 60,000 ਪੂਰਾ ਪੇ ਆਫ ਨਹੀਂ ਹੁੰਦਾ। ਯਾਨੀ ਇਹ 'ਚ ਫਿਰ ਮਾਫੀ ਦੀ ਜਿਹੜੀ ਕਲੌਜ਼ ਸੀਗੀ ਉਹ ਖਤਮ ਹੋ ਗਈ। ਸੋ ਇਸ ਲਈ ਬਹੁਤ ਧਿਆਨ ਨਾਲ ਲਿਓ ਪੈਸਾ ਔਰ ਬੜੇ ਧਿਆਨ ਨਾਲ ਇਹਨੂੰ ਖਰਚਿਓ। ਇਹ ਟਾਰਗੇਟ ਰੱਖੋ ਕਿ ਦਸੰਬਰ 22 ਤੱਕ ਮੇਰੇ ਕੋਲ $40,000 ਵਾਪਸ ਕਰਨ ਨੂੰ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਤੇ ਜੇ ਉਹ ਚੀਜ਼ ਨੂੰ ਤੁਸੀਂ ਚੁੱਕ ਗਏ ਫਿਰ ਪੂਰਾ ਦੇਣਾ ਪਏਗਾ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਸ਼ੁਕਰੀਆ ਸਰ। ਜਿਵੇਂ ਇਹਨਾਂ ਨੇ 40,000 ਦੇ ਲੋਨ ਦੀ ਗੱਲ ਕੀਤੀ ਹੈ, ਬਹੁਤ ਸਾਰੇ ਸਾਨੂੰ ਦਰਸ਼ਕ ਕੁਝ ਮੈਸੇਜ ਵੀ ਕਰ ਰਹੇ ਸੀ ਕਿ ਕਦੋਂ ਤੋਂ ਇਹਦੀ ਸ਼ੁਰੂਆਤ ਹੋ ਸਕਦੀ ਹੈ, ਅਸੀਂ ਕਿਵੇਂ ਅਪਲਾਈ ਕਰ ਸਕਦੇ ਹਾਂ? ਦੇਖੋ, ਪਹਿਲੀ ਗੱਲ ਤੇ 40,000 ਤੇ ਜਦੋਂ ਵੀ ਹੋਈ ਸੀਗੀ, ਹਾਲੇ ਵੀ ਜੇ ਅਸੀਂ ਅੱਜ ਵੀ ਅਪਲਾਈ ਕਰੀਏ, ਜਿਨ੍ਹਾਂ ਨਹੀਂ ਲਿਆ ਉਹ ਹਾਲੇ ਵੀ ਅਪਲਾਈ ਕਰ ਸਕਦੇ ਨੇ। ਯੂ ਕੈਨ ਈਜ਼ੀਲੀ ਗੋ ਬੈਕ ਐਂਡ ਆਸਕ ਫॉर 40,000। ਹੁਣ ਇਹਨੂੰ ਲੈਣ ਦਾ ਤਰੀਕਾ ਕੀ ਹੈ? ਤੁਸੀਂ ਆਪਣੇ ਬੈਂਕ ਅਕਾਊਂਟ ਨੂੰ ਲੌਗ ਔਨ ਕਰੋ, ਕਿਉਂਕਿ ਬਿਜ਼ਨਸ ਵਾਸਤੇ ਜਦੋਂ ਬੈਂਕ ਅਕਾਊਂਟ ਨੂੰ ਲੌਗ ਔਨ ਕਰੋਗੇ ਉੱਥੇ ਇੱਕ ਵਿੰਡੋ ਬਣੀ ਹੋਈ ਹੈ, ਹਾਊ ਟੂ ਗੈਟ ਬਿਜ਼ਨਸ ਲੋਨ। ਠੀਕ ਹੈ,
ਜੇ ਤੁਸੀਂ ਉਹਨੂੰ ਕਲਿੱਕ ਕਰੋਗੇ ਉਹ ਤੁਹਾਨੂੰ ਸਾਈਟ ਤੇ ਲੈ ਜਾਣਗੇ। ਉਸ ਸਾਈਟ ਤੇ ਜਾ ਕੇ ਤੁਸੀਂ ਆਪਣੇ ਕੰਪਨੀ ਦੀ ਪ੍ਰੋਫਾਈਲ ਦੇ ਵਿੱਚ ਉਹ ਕੁਝ ਇਨਫੋਰਮੇਸ਼ਨ ਮੰਗਣਗੇ। ਇੱਕ ਕਿ ਤੁਹਾਡਾ ਬਿਜ਼ਨਸ ਨੰਬਰ ਮੰਗਣਗੇ, ਇੱਕ ਤੁਹਾਡੇ ਕੋਲ ਮੰਗਣਗੇ ਤੁਹਾਡਾ ਪੇਰੋਲ ਕਿੰਨਾ ਸੀ ਪਿਛਲੇ ਦਾ, ਉਹ ਤੁਸੀਂ ਆਪਣੇ ਅਕਾਊਂਟੈਂਟ ਕੋਲ ਪੁੱਛ ਲਓ। ਉਹ ਜਿਸ ਵੇਲੇ ਤੁਸੀਂ ਭਰੋਗੇ ਔਰ ਉਹਨੂੰ ਸਬਮਿਟ ਕਰੋਗੇ ਤੁਹਾਨੂੰ ਰਾਈਟ ਵੇ ਰਿਸਪੌਂਸ ਆ ਜਾਏਗਾ ਕਿ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ। ਇਸੇ ਤਰ੍ਹਾਂ 40 ਮਿਲਣਾ ਹੈ, ਇਸੇ ਤਰ੍ਹਾਂ 20 ਮਿਲਣਾ ਹੈ। ਸੋ ਯੂ ਕੈਨ ਵੈਰੀ ਵੈਲ ਗੋ ਹੈਡ ਐਂਡ ਟੇਕ ਇਟ। ਇਹਦੇ ਵਿੱਚ ਕੋਈ ਸਮਾਰਟਨੈਸ ਦੀ ਗੱਲ ਨਹੀਂ ਹੈਗੀ, ਇਹ ਤੇ ਕਾਰੋਬਾਰੀ ਬੰਦਿਆਂ ਵਾਸਤੇ ਖਿਆਲ ਰੱਖਣਾ। ਇਹ ਨਹੀਂ ਹੈਗਾ ਕਿ ਮੈਂ ਜੌਬ ਕਰਨਾ ਮੈਨੂੰ ਹੀ ਮਿਲ ਸਕਦਾ, ਨੋ ਯੂ ਕੈਨਟ ਗੈਟ ਸਮਾਲ ਸਕੇਲ ਬਿਜ਼ਨਸ। ਔਰ ਇਹ ਹਰ ਚੀਜ਼ ਜਿਹੜੀ ਹੈ ਇਹ ਬਕਾਇਦਾ ਆਡਿਟ ਹੋਏਗੀ। ਆਡਿਟ ਹੋਣ ਕਰਕੇ ਬੀ ਵੈਰੀ ਕੇਅਰਫੁਲ ਦੈਟ ਯੂ ਡੋਂਟ ਅਬਿਊਜ਼ ਦ ਸਿਸਟਮ। ਅਦਰਵਾਈਜ਼ ਇਹਦੇ ਇੱਕ ਸੋਚਦੇ ਕਿ ਵੀ ਸ਼ਾਇਦ ਇਸ ਮਾਫ ਹੋ ਜੂ ਆਪਾਂ ਲੈ ਲਈਏ, ਪਲੀਜ਼ ਡੋਂਟ ਡੂ ਇਟ। ਮੈਂ ਵੈਸੇ ਇੱਥੇ ਛੋਟੀ ਜਿਹੀ ਇੱਕ ਗੱਲ ਇਹ ਵੀ ਕਹਾਂ, ਬਹੁਤ ਸਾਰੇ ਸਾਡੇ ਭੈਣ ਭਰਾ ਮੈਨੂੰ ਇਹੋ ਜਿਹੇ ਸਵਾਲ ਪੁੱਛਦੇ ਨੇ, ਕਲਸੀ ਸਾਹਿਬ ਮੈਂ 40 ਲਿਆ, ਮੈਂ 20 ਲੈ ਲਾਂ, ਹੁਣ ਮੈਂ ਆਪਣਾ ਘਰ ਬੁੱਕ ਕਰ ਸਕਦਾ ਇਹਦੇ ਨਾਲ? ਪਲੀਜ਼ ਨਹੀਂ, ਇਹ ਘਰ ਬੁੱਕ ਕਰਨ ਵਾਸਤੇ ਨਹੀਂ ਹੈ, ਇਹ ਤੁਹਾਡੇ ਬਿਜ਼ਨਸ ਨੂੰ ਖੜਾ ਕਰਨ ਵਾਸਤੇ ਹੈ ਜੇ ਕਿਸੇ ਵਜ੍ਹਾ ਨਾਲ ਤੁਸੀਂ ਬੈਡਲੀ ਹਿੱਟ ਹੋਏ ਹੋ। ਸੋ ਇੱਥੇ ਮੈਂ ਜਿਹੜੀ ਗੱਲ ਲੱਗੇ, ਮੈਂ ਤਨਜੀਤ ਜੀ ਨਾਲ ਗੱਲ ਕਰ ਰਿਹਾ ਸੀ, ਇਮਾਨਦਾਰੀ। ਇਮਾਨਦਾਰੀ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਮੇਰੇ ਸਾਹਮਣੇ ਪਲੇਟ ਪਈ ਹੈ ਭਰੀ ਕਿਸੇ ਚੀਜ਼ ਦੀ ਤੇ ਮੈਨੂੰ ਇੱਕ ਰੋਟੀ ਦੀ ਭੁੱਖ ਹੈ ਨਾ, ਤੇ ਮੈਂ ਉਹ ਚੋਂ ਇੱਕ ਰੋਟੀ ਚੱਕਾਂ। ਇਹ ਨਾ ਸੋਚਾਂ ਮੈਂ ਸਾਰੀਆਂ ਇਕੱਠੀਆਂ ਕਰ ਲਾਂ, ਕੱਲ ਵੀ ਖਾਵਾਂਗਾ ਪਰਸੋਂ ਵੀ ਖਾਵਾਂਗਾ। ਪਲੀਜ਼ ਡੋਂਟ ਡੂ ਦੈਟ। ਅਸੀਂ ਇਹ ਥੋੜੇ ਥੋੜੇ ਵੰਡ ਕੇ ਇੱਕ ਦੂਜੇ ਨੂੰ ਦੇ ਰਹੇ ਹਾਂ ਤਾਂ ਕਿ ਸਾਰਿਆਂ ਦੀ ਗੱਡੀ ਚੱਲ ਸਕੇ। ਸੋ ਬੀ ਵੈਰੀ ਕੇਅਰਫੁਲ ਅਬਾਊਟ ਦੈਟ। ਸੋ ਇਹਦਾ ਧਿਆਨ ਰੱਖਦੇ ਹੋਏ ਤੁਸੀਂ ਅਪਲਾਈ ਕਰ ਸਕਦੇ। ਬਿਲਕੁਲ ਸਰ, ਜਿਹੜੇ ਬੈਨੀਫਿਟਸ ਦੀ ਗੱਲ ਕਰੀਏ, ਹੁਣ ਸਰਕਾਰ ਨੇ ਰੈਂਟ ਸਬਸਿਡੀ ਵੀ ਜਿਹੜੀ ਹੈ ਡਾਇਰੈਕਟ ਹੁਣ ਜਿਹੜੀ ਆ ਟੈਨੈਂਟਸ ਨੂੰ ਦਿੱਤੀ ਆ, ਇਹ ਕਦੋਂ ਤੋਂ ਸ਼ੁਰੂਆਤ ਹੋਈ ਹੈ ਤੇ ਇਹਨੂੰ ਕੀ ਅਪਲਾਈ ਕਰਨਾ ਪਏਗਾ? ਹਾਂਜੀ ਬਿਲਕੁਲ ਜੀ, ਜਿਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਲੋਨ ਦੀ ਗੱਲ ਕਰ ਰਹੇ ਹਾਂ, ਤੁਹਾਨੂੰ ਮਾਈ CRA ਅਕਾਊਂਟ 'ਚ ਜਾ ਕੇ ਤੁਹਾਨੂੰ ਉੱਥੇ ਜਾ ਕੇ ਅਪਲਾਈ ਕਰਨਾ ਪਏਗਾ। ਔਰ ਉਹਦੇ ਵਿੱਚ ਵੀ ਤੁਹਾਡੀ ਜਿਹੜੀ ਬਕਾਇਦਾ ਤੁਹਾਡੇ ਕੋਲ ਰੈਂਟ ਰਸੀਦ ਹੋਣੀ ਚਾਹੀਦੀ ਹੈ। ਕੀ ਹੈ, ਚੰਗਾ ਕੀਤਾ ਤੁਸੀਂ ਗੱਲ ਕੀਤੀ। ਕਈ ਬਹੁਤ ਸਾਰੇ ਲੋਕ ਇਹੋ ਜਿਹੇ ਸੀਗੇ ਜਿਹੜੇ ਰੈਂਟ ਤੇ ਲੈ ਰਹੇ ਸੀਗੇ ਪਰ ਉਹ ਕੈਸ਼ ਦਿੰਦੇ ਸੀ, ਉਹਨਾਂ ਕੋਲ ਰਸੀਦ ਹੈ ਨਹੀਂ, ਉਹ ਬੰਦੇ ਅਪਲਾਈ ਨਹੀਂ ਕਰ ਸਕਦੇ। ਤੇ ਜੇ ਹੁਣ ਤੁਸੀਂ ਅੱਜ ਰਸੀਦਾਂ ਬਣਾਉਣ ਦੀ ਕੋਸ਼ਿਸ਼ ਕਰੋਗੇ ਕਿ ਜੀ ਮੈਂ ਪਿਛਲੇ 6 ਮਹੀਨੇ ਦੀਆਂ ਰਸੀਦਾਂ ਬਣਾ ਲਾਂ ਕਿ ਜੀ ਮੈਂ ਰੈਂਟ ਦਿੱਤਾ ਹੈ, ਤਾਂ ਫਿਰ ਤੁਹਾਡੇ ਪਿਛਲੇ ਟੈਕਸ ਈਅਰ 'ਚ ਚਲੇ ਜਾਣਗੇ, ਤੁਸੀਂ ਰੈਂਟ ਕਿੱਥੇ ਡਿਕਲੇਅਰ ਕੀਤਾ। ਸੋ ਡੋਂਟ ਬੀ ਸਮਾਰਟ, ਕਿਉਂਕਿ ਅਸੀਂ ਲੋਕ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਨ 'ਚ ਸਾਰੇ ਬਹੁਤ ਸਮਾਰਟ ਹੈ। ਹੁਣ ਜਿਸ ਤਰ੍ਹਾਂ ਮੈਂ ਗੱਲਾਂ ਸਮਝਾ ਰਿਹਾ, ਜੇ ਤੇ ਮੈਂ ਅਕਲ ਦੀ ਗੱਲ ਸਮਝਾਉਣਾ ਹੈ ਉਹ ਸਾਡੇ ਸਿਰ ਤੋਂ ਲੰਘ ਜਾਂਦੀ ਹੈ। ਜੇ ਮੈਂ ਤੁਹਾਨੂੰ ਪੁੱਠੀ ਗੱਲ ਸਮਝਾਵਾਂ ਤੁਹਾਨੂੰ 1 ਸੈਕਿੰਡ 'ਚ ਸਮਝ ਆ ਜਾਣੀ ਹੈ ਕਿ ਆਪਾਂ ਕਰ ਸਕਦੇ ਹਾਂ। ਤੁਸੀਂ ਸਗੋਂ ਮੈਨੂੰ 4 ਹੋਰ ਦੱਸੋਗੇ ਕਲਸੀ ਸਾਹਿਬ ਆ ਵੀ ਹੋ ਸਕਦਾ, ਆ ਵੀ ਹੋ ਸਕਦਾ, ਪਰ ਮੈਂ ਤੁਹਾਨੂੰ ਉਸ ਰਸਤੇ ਨਹੀਂ ਪਾ ਰਿਹਾ। ਸੋ ਜਿਹੜੇ ਭੈਣ ਭਰਾਵਾਂ ਸਾਡਿਆਂ ਨੇ ਅੱਜ ਤੱਕ ਰੈਂਟ ਰਸੀਦ ਤੇ ਨਹੀਂ ਦਿੱਤਾ ਔਰ ਉਹ ਕਾਫੀ ਦੇਰ ਦੇ ਵੀ ਇੱਕ ਜਗ੍ਹਾ ਤੇ ਬੈਠੇ ਹੋ, ਮੰਨਿਆ ਤੁਸੀਂ ਰੈਂਟ ਵੀ ਦੇ ਰਹੇ ਹੋ, ਉਹਨੂੰ ਤੁਸੀਂ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪ੍ਰੂਵ ਨਹੀਂ ਕਰ ਸਕਣਾ। ਜੇ ਮੰਨ ਲਓ ਤੁਸੀਂ ਪਿਛਲੇ ਸਾਲ ਦਾ ਕਿਸੇ ਟੈਕਸ ਨਹੀਂ ਭਰਿਆ ਕਿ ਮੈਂ ਪਿੱਛੇ ਰੈਂਟ ਪਾਦਾ, ਅਸੀਂ ਫਿਰ ਉਸ ਤੋਂ ਪਿਛਲੇ ਸਾਲ ਚੱਲ ਜਾਵਾਂਗੇ, ਫਿਰ ਦੇਖਾਂਗੇ ਤੁਹਾਡਾ ਬਿਜ਼ਨਸ ਕਦੋਂ ਦਾ ਰਜਿਸਟਰਡ ਹੈ, ਕੀ ਕਰ ਰਹੇ ਹੋ। ਸੋ ਤੁਹਾਨੂੰ ਫੜਨ ਲਈ ਸਾਡੇ ਕੋਲ ਬਹੁਤ ਸਾਰੇ ਤਰੀਕੇ ਹੈ। ਸੋ ਬਿਹਤਰ ਇਹ ਹੈ ਕਿ ਅਸੀਂ ਉਸ ਰਸਤੇ ਨਾ ਜਾਈਏ ਜਿੱਥੇ ਕੋਈ ਨਾ ਕੋਈ ਅੱਗੇ ਰੋਕ ਲੱਗੀ ਹੈ, ਜਿੱਥੇ ਤੁਹਾਨੂੰ ਲੱਗਦਾ ਕਿ ਮੈਂ ਫਸ ਸਕਦਾ। ਸੋ ਪਲੀਜ਼ ਡੋਂਟ ਡੂ ਦੈਟ। ਸਰਕਾਰ ਦੀ ਹੁਣ ਗੱਲ ਕਰੀਏ ਤਾਂ ਸਰਕਾਰ ਹੁਣ ਪੂਰਾ ਸਿਨੈਰੀਓ ਜੋ ਇਸ ਵਕਤ ਚੱਲ ਰਿਹਾ, ਇਹਨੂੰ ਹੁਣ ਹੈਂਡਲ ਕਰਨ ਲਈ ਸਰਕਾਰ ਦੇ ਅਗਲੇ ਕਦਮ ਕੀ ਹੋ ਸਕਦੇ? ਦੇਖੋ ਪਹਿਲੀ ਗੱਲ ਇਹ ਪਿੱਛੇ ਸੀਗੇ 3 ਦਿਨ ਪਹਿਲਾਂ ਹੀ ਟਰੂਡੋ ਸਾਹਿਬ ਨੇ ਕਾਨਫਰੰਸ 'ਚ ਕਿਹਾ ਸੀਗਾ, ਇਸ਼ਾਰਾ ਹੀ ਹੈ ਹਾਲੇ। ਉਹਨਾਂ ਨੇ ਕਿਹਾ ਹੈ ਕਿ ਜਿੰਨੀ ਦੇਰ ਅਸੀਂ ਕੋਵਿਡ ਨੂੰ ਖਤਮ ਨਹੀਂ ਕਰ ਲੈਂਦੇ ਅਸੀਂ ਤੁਹਾਡੇ ਨਾਲ ਜੀ। ਸੋ ਕਹਿਣ ਦਾ ਮੇਰਾ ਮਤਲਬ ਇਹ ਜਿਹੜੀ CRB ਹੈ ਹੋ ਸਕਦਾ ਜਦੋਂ ਖਤਮ ਹੋਵੇ ਫਿਰ ਐਕਸਟੈਂਡ ਹੋ ਜਾਏ ਜੀ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਹੋਰ ਜੁੜ ਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਤਰਨ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਰ ਪ੍ਰੋਗਰਾਮ 'ਚ। ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਕਲਸੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਲਸੀ ਸਾਹਿਬ ਮੇਰਾ ਕੁਐਸਚਨ ਇਹ ਹੈ ਵੀ ਜੇ ਬੰਦਾ ਕੋਈ ਸਿੱਖ ਹੋ ਜਾਂਦਾ ਜੀ ਕੰਮ ਤੋਂ ਜੀ, ਤੇ ਡਾਕਟਰ ਉਹਨੂੰ ਨੋਟ ਵੀ ਦਿੰਦਾ ਬਣਾ ਕੇ ਵੀ ਦਿਨੇ ਇੰਨੇ ਦਿਨ ਸਿੱਖ ਹੋਣਾ ਤੇ ਉਹ ਇੱਕ ਮੰਥਲੀ ਬੰਦਾ ਸਿੱਖ ਹੋ ਗਿਆ ਜੀ 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 ਜੀ, ਤਾਂ ਉਹਨੂੰ ਇਹ EI ਅਪਲਾਈ ਕਰੂਗਾ ਜਾਂ ਕੋਈ ਸਿੱਖ ਬੈਨੀਫਿਟ ਅਪਲਾਈ ਕਰੂਗਾ ਤੇ ਉਹ ਕਿੰਨੇ % ਮਿਲਦਾ ਜੀ ਤੇ ਕਿਵੇਂ ਮਿਲਦਾ? ਦੇਖੋ ਇਸ ਤਰ੍ਹਾਂ ਹੈਗਾ, ਉਹਦੇ ਵਾਸਤੇ ਜਿਹੜੇ ਨਵੇਂ 3 ਪ੍ਰੋਗਰਾਮ ਗਵਰਨਮੈਂਟ ਨੇ ਦਿੱਤੇ ਆ ਨਾ, ਉਹਦੇ 'ਚ ਇੱਕ ਪ੍ਰੋਗਰਾਮ ਹੈਗਾ ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ। ਠੀਕ ਹੈ, ਮੰਨ ਲਓ ਮੈਂ ਕੰਮ ਦੇ ਉੱਤੇ ਮੈਨੂੰ ਅਫੈਕਟਡ ਹੋ ਗਿਆ ਕੋਵਿਡ ਕਰਕੇ, ਤੇ ਕੀ ਹੈਗਾ ਇੱਕ ਬੰਦੀ ਕੰਮ ਤੇ ਨਹੀਂ ਜੀ, ਬੰਦਾ ਵੈਸੇ ਸਿੱਖ ਹੋ ਗਿਆ ਤੇ ਮਤਲਬ ਉਹਨੂੰ ਘਰੇ ਸਟੇਅਰ ਦੇ ਉੱਪਰ ਉੱਤਰਦੇ ਆ, ਸਟੇਅਰ ਤੋਂ ਸਲਿਪ ਕਰ ਗਿਆ ਜੀ ਉਹ। ਜੀ ਜੀ ਜੀ, ਤੇ ਡਾਕਟਰ ਨੇ ਉਹਨੂੰ ਕੰਮ ਤੋਂ ਜਾਣ ਲਈ ਮਨਾ ਕਰਿਆ ਜੀ। ਜੀ ਜੀ, ਉਸ ਕੇਸ ਦੇ ਵਿੱਚ ਬੈਨੀਫਿਟਸ ਜਿਹੜੇ ਨੇ ਮੈਕਸਿਮਮ ਤੁਹਾਨੂੰ 2 ਹਫ਼ਤੇ ਦੇ ਮਿਲ ਸਕਦੇ ਆ। ਠੀਕ ਹੈ ਜੀ, ਇਹ ਉਹਨਾਂ ਨੇ ਗਵਰਨਮੈਂਟ ਨੇ ਦਿੱਤੀ ਹੈ। ਪਰ ਦੇਖੋ ਹੁਣ ਕਈ ਵਾਰੀ ਆਪਾਂ ਇਹ ਕਹਿੰਦੇ ਹਾਂ ਜੀ ਦੇਖੋ ਮੈਂ ਹੁਣ ਘਰ ਬਿਮਾਰ ਆ, ਮੈਂ ਕੰਮ ਤੇ ਨਹੀਂ, ਵੈਸੇ ਵੀ ਮੈਂ ਕੰਮ ਤੇ ਨਹੀਂ ਜਾਂਦਾ, ਮੈਂ ਵੀ ਬੈਨੀਫਿਟ ਲੈ ਸਕਦਾ। ਦੇਖੋ ਇਹ ਜਿੰਨੇ ਵੀ ਬੈਨੀਫਿਟ ਨੇ ਨਾ, ਇਹ ਤੁਹਾਡੀ ਇਨਕਮ ਰਿਪਲੇਸਮੈਂਟ ਹੈ।
ਮੰਨ ਲਓ ਮੈਂ ਡਿੱਗ ਕੇ ਮੈਂ ਹੁਣ ਕੰਮ ਤੇ ਨਹੀਂ ਜਾ ਸਕਦਾ ਤੇ ਮੇਰੀ ਜਿਹੜੀ ਹੈ ਇਨਕਮ ਬੰਦ ਹੋ ਗਈ, ਉਸ ਕੇਸ ਦੇ ਵਿੱਚ ਜਿਹੜਾ CR ਕੈਨਰਾ ਰਿਕਵਰੀ ਸਿਕਨੈਸ ਬੈਨੀਫਿਟ ਹੈ ਉਹਦੇ ਅੰਡਰ ਤੁਹਾਨੂੰ 2 ਹਫ਼ਤੇ ਲਈ ਕੰਜ਼ੈਕਟਿਵਲੀ $500 ਵੀਕ ਦਾ ਦੇ ਸਕਦੇ ਨੇ। ਠੀਕ ਹੈ, ਸੋ ਯਾਨੀ $1000 ਤੁਸੀਂ ਕੁਆਲੀਫਾਈ ਕਰਦੇ ਹੋ, ਕਿਉਂਕਿ ਹੁਣ ਪੌੜੀਆਂ ਤੋਂ ਡਿੱਗਣ ਤੋਂ ਬਾਅਦ ਇਹ ਤੇ ਹੈ ਨਹੀਂ ਮੈਂ 6 ਮਹੀਨੇ ਕੰਮ ਤੇ ਨਹੀਂ ਜਾਣਾ। ਓਬਵੀਅਸਲੀ ਜੇ ਮੈਨੂੰ ਸੱਟ ਪੇਟ ਲੱਗੀ ਹੈ ਤੇ ਉਹ ਠੀਕ ਵੀ ਹੋਵਾਂਗਾ, ਮੈਂ ਉਹਦੀ ਟ੍ਰੀਟਮੈਂਟ ਵੀ ਲੈ ਰਿਹਾ, ਡਾਕਟਰ ਨੇ ਸਿਕਨੈਸ ਔਰ ਨਾਲੇ ਸਿਕਨੈਸ ਬੈਨੀਫਿਟ ਤੇ ਤੁਹਾਡੇ ਵੈਸੇ ਵੀ ਸੈਪਰੇਟਲੀ ਅਲੱਗ ਮਿਲਦੇ ਨੇ, ਤੇ ਜੇ ਸਿਕਨੈਸ ਸਾਨੂੰ ਅਲੱਗ ਮਿਲਦੀ ਹੈ ਤੇ ਇਹ ਜਿਹੜੇ ਬੈਨੀਫਿਟਸ ਨੇ ਇਹ ਉਸ ਪਰਪਸ ਲਈ ਸੀ, ਕਿਉਂਕਿ ਜੇ ਰੱਬ ਨਾ ਕਰੇ ਕਿਸੇ ਵਜ੍ਹਾ ਕਰਕੇ ਕੋਵਿਡ ਨਾਲ ਅਫੈਕਟਡ ਹੋਈਏ ਤੇ ਕੁਆਰੰਟਾਈਨ ਦਾ ਪੀਰੀਅਡ ਹੈ 14 ਦਿਨ। 14 ਦਿਨ ਦਾ ਮਤਲਬ ਹੋ ਗਿਆ 2 ਹਫ਼ਤੇ। ਇਸ ਲਈ ਇਹ ਸਪੈਸ਼ਲ ਬੈਨੀਫਿਟ ਕ੍ਰੀਏਟ ਕੀਤਾ ਗਿਆ ਹੈ ਉਹਨਾਂ ਲਈ ਜਿਹੜੇ ਇਸ ਕਰਕੇ ਨਾ ਜਾ ਸਕਣ। ਦੈਟ ਇਜ਼ ਹਾਊ ਇਟ ਵਰਕਸ ਜੀ। ਇਸ ਦਾ ਮਤਲਬ ਕਾਂਸੀ ਸਾਹਿਬ ਇਸ ਬੈਨੀਫਿਟ ਦਾ ਉਹਦੇ ਨਾਲ ਕੋਈ ਰਿਲੇਟ ਨਹੀਂ ਕਰਦਾ, ਉਹਦਾ ਕੋਈ ਮਤਲਬ ਨਹੀਂ ਹੈ ਜੀ ਇਹਦਾ ਜੀ? ਨਹੀਂ ਜੀ, ਦੇਖੋ ਕੀ ਹੈਗਾ ਕਿ ਮੰਨ ਲਓ ਹੁਣ ਇਹਨੂੰ ਮੈਂ ਦੂਜੇ ਪੱਖੋਂ ਲੈ ਜਾਣਾ ਹੈ। ਅਸੀਂ ਇਹਨੂੰ ਕਹਿੰਦੇ ਇੱਕ ਹੈਗਾ ਨਵਾਂ ਉਹਨਾਂ ਨੇ ਬੈਨੀਫਿਟ ਸ਼ੁਰੂ ਕੀਤਾ ਹੈ, ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ। ਫੋਰ ਐਗਜ਼ਾਮਪਲ ਮੇਰੇ ਘਰ ਦੇ ਵਿੱਚ ਕੋਈ ਬੱਚਾ ਹੈ ਜਾਂ ਕੋਈ ਸਿਆਣਾ ਹੈ ਜਿਹੜਾ ਕਿ ਡਿੱਗ ਪਿਆ ਔਰ ਉਹ ਹੁਣ ਉਹਦੀ ਦੇਖ ਰੇਖ ਲਈ ਮੈਨੂੰ ਆਪਣੇ ਕੰਮ ਤੋਂ ਛੁੱਟੀ ਲੈਣੀ ਪੈਂਦੀ ਹੈ, ਉਸ ਕੇਸ ਦੇ ਵਿੱਚ ਮੈਂ 26 ਹਫ਼ਤਿਆਂ ਲਈ ਕੁਆਲੀਫਾਈ ਕਰਨਾ ਹੈ $500 ਵੀਕ ਦਾ। ਸੋ ਕਹਿਣ ਦਾ ਮਤਲਬ ਹੁਣ ਮੈਂ ਕੇਅਰ ਗਿਵਰ ਬਣ ਗਿਆ। ਸੋ ਕੇਅਰ ਗਿਵਰ ਔਰ ਆਪ ਸਿੱਖ ਹੋਣਾ ਇਹ ਬੜੀਆਂ ਅਲੱਗ-ਅਲੱਗ ਚੀਜ਼ਾਂ ਹੈ। ਸੋ ਇਸ ਸਿਚੁਏਸ਼ਨ ਨੂੰ ਕਿੱਥੇ ਕਿਹੜਾ ਬੰਦਾ ਕੁਆਲੀਫਾਈ ਕਰਦਾ ਹੈ ਇਹ ਡਿਪੈਂਡ ਕਰਦਾ ਹੈ ਤੁਹਾਡੀ ਸਿਚੁਏਸ਼ਨ ਕੀ ਹੈਗੀ ਹੈ। ਸੋ ਇਫ ਯੂ ਕੁਆਲੀਫਾਈ ਇਨ ਦੈਟ ਫਰਸਟ ਵਨ ਦੈਟਸ ਫਾਈਨ, ਅਦਰਵਾਈਜ਼ ਕੇਅਰ ਗਿਵਿੰਗ ਬੈਨੀਫਿਟ ਦੇ ਅੰਦਰ ਜੇ ਤੁਸੀਂ ਕੁਆਲੀਫਾਈ ਕਰਦੇ ਹੋਏ ਫਿਰ ਤੁਸੀਂ 26 ਹਫ਼ਤਿਆਂ ਲਈ $500 ਵੀਕ ਦਾ ਲੈ ਸਕਦੇ ਜੀ। ਬਹੁਤ ਸ਼ੁਕਰੀਆ ਜੀ, Thank you. ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਰ ਇੱਕ ਹੋਰ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਵੀ ਸੀ ਕਾਲ ਕਰਨ ਦੀ ਗੱਲ, ਸ਼ਾਇਦ ਉਹਨਾਂ ਦਾ ਫੋਨ ਡਿਸਕਨੈਕਟ ਹੋ ਗਿਆ। ਆਪਾਂ ਸਰਕਾਰ ਦੀ ਗੱਲ ਕਰ ਰਹੇ ਸੀ ਕਿ ਸਰਕਾਰ ਹੁਣ ਕੀ ਕਰੇਗੀ। ਦੇਖੋ ਹੁਣ ਸਰਕਾਰ ਨੇ ਇਹ ਕਿਹਾ ਹੈ ਕਿ ਜਿੰਨੀ ਦੇਰ ਕੋਵਿਡ ਖਤਮ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ। ਹੁਣ ਇਨਡਾਇਰੈਕਟਲੀ ਤੇ ਉਹ ਅਨਾਉਂਸ ਨਹੀਂ ਕਰ ਸਕਦੇ ਵੀ CRB ਵਧਾ ਦਾਂਗੇ। ਉਹਨਾਂ ਦਾ ਮਤਲਬ ਹੈ ਕਿ ਜਦੋਂ ਉਹਨੂੰ CRB ਦਾ ਫਿਨਿਸ਼ਡ ਲਾਈਨ ਆਉਂਦੀ ਹੈ, ਜੇ ਹਾਲੇ ਵੀ ਐਗਜ਼ਿਸਟਿੰਗ ਸਿਚੁਏਸ਼ਨ ਹੋਈ ਜਿਹੜੀ ਲੋਕਾਂ ਦੇ ਕੰਮਾਂ ਤੇ ਇਫੈਕਟ ਕਰ ਰਹੀ ਹੈ, ਲੋਕਾਂ ਦੀਆਂ ਜੌਬਾਂ ਤੇ ਇਫੈਕਟ ਕਰ ਰਹੀ ਹੈ, ਜੇ ਮੈਂ ਫਾਈਨ ਲਾਈਨ ਪੜ੍ਹਾਂ ਤੇ ਮੈਨੂੰ ਇਹ ਲੱਗਦਾ ਕਿ ਉਸ ਦੇ ਵੇਲੇ ਜਾ ਕੇ ਉਹ ਫਿਰ ਅਗਲੇ 3 ਮਹੀਨੇ 6 ਮਹੀਨੇ 4 ਮਹੀਨੇ ਜਿਹੋ ਜਿਹੀ ਸਿਚੁਏਸ਼ਨ ਅਸੈਸ ਕਰਨਗੇ ਉਹਦੇ ਮੁਤਾਬਕ ਉਹ CRB ਨੂੰ ਐਕਸਟੈਂਡ ਕਰ ਸਕਦੇ ਹੈ। ਐਂਡ ਆਫ ਦੀ ਡੇ ਮਕਸਦ ਇਹ ਹੈ ਕਿ ਅਸੀਂ ਲੋਕਾਂ ਨੂੰ ਸਪੋਰਟ ਕਰ ਸਕੀਏ। ਸੋ ਆਈ ਬਿਲੀਵ ਦੈਟ ਵਿਲ ਹੈਪਨ। ਹੁਣ ਇਸੇ ਬਿਜ਼ਨਸ ਦੇ ਦੌਰਾਨ ਇੱਕ ਨਵੀਂ ਚੀਜ਼ ਸ਼ੁਰੂ ਹੋਈ ਹੈ ਕਿ ਬਹੁਤ ਸਾਰੇ ਹਾਂਜੀ ਲੈ ਲਓ ਪਲੀਜ਼। ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਮੌਂਟਰੀਅਲ ਤੋਂ ਬੋਲ ਰਹੀ ਹਾਂ ਬੇਟਾ ਜੀ। ਬਹੁਤ ਬਹੁਤ ਸਵਾਗਤ ਹੈ ਮੈਮ, ਦੱਸੋ ਜੀ ਕੀ ਸਵਾਲ ਹੈ। ਮੈਂ ਕਹਿੰਦੀ ਕਿ ਮੇਰੇ ਹਸਬੈਂਡ ਹੈਗੇ ਨੇ, ਉਹ ਜਿਸ ਤਰ੍ਹਾਂ ਬਿਮਾਰ ਹੈਗੇ ਸੀ, ਕੰਮ ਤੇ ਨਹੀਂ ਜਾਂਦੇ ਸੀ, ਪਹਿਲੇ ਵੀ ਉਹ 2000 ਲੈਂਦੇ ਸੀ, ਉਹਨਾਂ ਨੇ ਲਗਾਇਆ ਸੀ ਸਿਕਨਸ ਦਾ ਬਿਮਾਰੀ ਦਾ ਲੈਟਰ, ਤੇ ਹੁਣ ਫਿਰ ਉਹਨਾਂ ਨੂੰ ਮਜਬੂਰੀ ਹੁਣ ਜਾਣਾ ਪੈ ਰਿਹਾ 2 ਦਿਨਾਂ ਤੋਂ, ਉਹਨਾਂ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ, ਤੇ ਸਾਨੂੰ ਡਾਕਟਰ ਨੇ ਨਾ ਇਹਦਾ ਵੈਲਫੇਅਰ ਦਾ ਮੈਡੀਕਲ ਦਿੱਤਾ ਹੈਗਾ, ਉਹਦੇ ਨਾਲ ਕੁਝ ਹੋ ਸਕਦਾ ਫਾਇਦਾ ਫਿਰ? ਦੇਖੋ ਜੀ, ਜਿਹੜਾ ਤੇ ਵੈਲਫੇਅਰ ਇੱਕ ਅਲੱਗ ਚੀਜ਼ ਹੈਗੀ ਹੈ। ਜੇ ਉਹਨਾਂ ਨੇ ਮੰਨ ਲਓ ਉਹ ਅਨਫਿਟ ਹੈਗੇ ਨੇ, ਅਨਫਿਟ ਤੋਂ ਭਾਵ ਹੈ ਕਿ ਜੇ ਉਹ ਕੰਮ ਕਰਨ ਦੇ ਕਾਬਿਲ ਨਹੀਂ ਰਹੇ ਕਿਸੇ ਵਜ੍ਹਾ ਕਰਕੇ ਵੀ, ਤੇ ਉਹਨਾਂ ਨੂੰ ਵੈਲਫੇਅਰ ਬੈਨੀਫਿਟ ਜ਼ਰੂਰ ਮਿਲ ਸਕਦੇ ਨੇ। ਕਿਉਂਕਿ ਇਹ ਜਿਹੜੇ ਬੈਨੀਫਿਟ ਹੈ ਅਗੇਨ ਉੱਥੇ ਆ ਗਏ ਕਿਉਂਕਿ ਆਲਰੇਡੀ ਉਹ ਕਾਫੀ ਦਿਨਾਂ ਤੋਂ ਸਿੱਖ ਸੀ ਜਿਹੜੇ ਤੁਸੀਂ CERB ਲੈ ਰਹੇ ਸੀ ਉਹਨਾਂ ਵਾਸਤੇ, ਠੀਕ ਹੈ। ਪਰ ਜੇ ਹਾਲੇ ਵੀ ਉਹ ਕੰਮ ਤੇ ਨਹੀਂ ਜਾ ਸਕਦੇ ਉਹ CRB ਨੂੰ ਕੁਆਲੀਫਾਈ ਕਰ ਸਕਦੇ ਨੇ, ਪਰ ਉਹਨਾਂ ਨੂੰ ਹਰ 2 ਹਫ਼ਤੇ ਬਾਅਦ ਅਪਲਾਈ ਕਰਨਾ ਪਏਗਾ ਔਰ ਕੰਪਨੀ ਦਾ ਬਕਾਇਦਾ ਕੋਈ ਨਾ ਕੋਈ ਰੈਫਰੈਂਸ ਦੇਣਾ ਪਏਗਾ ਜਿੱਥੋਂ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਨਹੀਂ ਕਰ ਸਕ ਰਹੇ। ਸੋ ਤੁਸੀਂ ਇਸ ਬਾਰ ਜੀ if ਮੈਂ ਗੱਲ ਕਰਾਂ ਕੰਮ ਤੇ 2 ਦਿਨਾਂ ਦੇ ਜਾਣ ਲੱਗਦੇ ਨੇ ਮਜਬੂਰੀ ਵਿੱਚ, ਹਾਂਜੀ ਕਹਿੰਦੇ ਨੂੰ ਮੈਂ ਕੀ ਕਰਾਂ, ਖਰਚਾ ਨਹੀਂ ਨਾ ਸਾਡਾ, ਮੈਂ ਤੇ ਕਰਦੀ ਨਹੀਂ ਹੋਈ ਕਰਦੇ ਪਈ ਜੀ 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 ਉਮਰ ਦੇ ਹੈਗੇ ਨੇ 74 ਇਅਰ ਦੇ ਹੈਗੇ ਨੇ। ਅੱਛਾ ਜੀ ਜੀ, ਬਾਕੀ ਦਾ ਸਭ ਟੀਵੀ ਸਕਰੀਨ ਤੇ ਦੀ ਸਰ। ਦੇਖੋ ਪਹਿਲੀ ਗੱਲ ਤੇ ਇਹ ਹੈਗੀ ਹੈ ਜਾਂ ਤੇ ਤੁਸੀਂ ਆਪਣੇ ਅਕਾਊਂਟੈਂਟ ਸਾਹਿਬ ਨੂੰ, ਦੇਖੋ ਮੈਂ ਸਮਝਦਾ ਤੁਹਾਡੀ ਉਮਰ ਦੇ ਤਕਾਜ਼ੇ ਦੇ ਹਿਸਾਬ ਨਾਲ, ਕਿਉਂਕਿ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਆਪਣਾ ਦੇਖ ਰੇਖ ਆਪੇ ਕਰਨੀ। ਤੁਹਾਨੂੰ ਪੈਨਸ਼ਨ ਨਹੀਂ ਮਿਲਦੀ? ਨਹੀਂ ਜੀ, ਅਜੇ ਅਸੀਂ ਨਾ ਉਹ ਸਾਡਾ ਕੇਸ ਪਾਸ ਹੋ ਗਿਆ, PR ਕਾਰਡ ਆਉਣ ਵਾਲਾ। ਅੱਛਾ ਜੀ, ਹਾਂ ਦੇਖੋ ਪਰਮਾਨੈਂਟ ਦੇ ਪੇਪਰ ਆ ਗਏ ਨੇ ਹਾਲੇ ਉਹ ਚੀਜ਼, ਕਿਉਂਕਿ ਹਾਲੇ ਜਿੰਨੀ ਦੇਰ ਤੁਹਾਡਾ 10 ਸਾਲ ਦਾ ਸਟੇ ਨਹੀਂ ਨਾ ਇਸ ਕੰਟਰੀ 'ਚ, ਉਨੀ ਦੇਰ ਵੈਸੇ ਵੀ ਤੁਹਾਨੂੰ ਹਾਲੇ ਪੈਨਸ਼ਨ ਨਹੀਂ ਮਿਲਣੀ। ਪਰ ਇਹ ਬੜੀ ਤੁਹਾਡੀ ਇੱਕ ਪੈਕਿਊਲਰ ਜੀ ਸਿਸਟਮ ਹੈ, ਬੜੀ ਅਜੀਬੋ ਗਰੀਬ ਜੀ ਸਿਚੁਏਸ਼ਨ ਹੈ ਜਿਸ 'ਚ ਮੈਨੂੰ ਦਿਲੋਂ ਹਮਦਰਦੀ ਹੈ ਤੁਹਾਡੇ ਨਾਲ। ਪਰ ਮੈਂ ਫਿਰ ਵੀ ਕਹਾਂਗਾ ਤੁਸੀਂ ਆਪਣੇ ਅਕਾਊਂਟੈਂਟ ਨੂੰ ਮਿਲ ਕੇ ਨਾ ਉਹਨਾਂ ਨਾਲ ਸਲਾਹ ਮਸ਼ਵਰਾ ਕਰੋ, ਉਹ ਤੁਹਾਨੂੰ ਜ਼ਿਆਦਾ ਬੈਟਰ ਉੱਥੇ ਗਾਈਡ ਕਰ ਸਕਦੇ ਵੀ ਤੁਹਾਡੀ ਇਨਕਮ ਕੀ ਹੈ, ਕਿਵੇਂ ਚੱਲ ਸਕਦਾ।
ਕਿਉਂਕਿ 3 ਸਾਲ ਤੋਂ ਨਾ ਅਸੀਂ ਟੈਕਸ ਭਰਦੇ ਫਿਰ ਚੌਥਾ ਸਾਲ ਹੈਗਾ ਹੁਣ ਜੀ। ਤੇ ਅਸੀਂ ਨਹੀਂ ਚਾਹੁੰਦੇ ਕਿ ਵੈਲਫੇਅਰ ਲਈਏ, ਕਿਉਂਕਿ ਕੱਲ ਨੂੰ ਬੱਚਿਆਂ ਨੂੰ ਬੁਲਾਉਣਾ ਤੇ ਫਿਰ ਸਾਡਾ ਸਟੇਟਸ ਖਰਾਬ ਹੋ ਜਾਏਗਾ। ਜੀ, ਜਾਂ ਜੀ, ਜੀ, ਜੀ। ਬਿਲਕੁਲ ਜੀ, ਬਾਕੀ ਦਾ ਆਨਸਰ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਜੀ। ਜੀ, ਕਾਲ ਕਰਨ ਲਈ thank you. ਬਹੁਤ ਬਹੁਤ ਸ਼ੁਕਰੀਆ। Thank you. ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਜੀ, ਹੋ ਰਿਹਾ, ਤੇ ਜੀ। ਕਹਿਣਾ ਕੀ? ਹਾਂਜੀ, ਮੈਂ ਇਹ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਸੀਗਾ ਕਿ ਪੋਸੀਬਲ ਹੈ ਕਿ ਸੀਆਰਬੀ ਐਕਸਟੈਂਡ ਹੋਵੇ। ਹੁਣ ਕੀ ਹੈ, ਬਹੁਤ ਸਾਰੇ ਲੋਕੀ ਜਦੋਂ ਘਰ ਰਹਿ ਕੇ ਕੰਮ ਸ਼ੁਰੂ ਕਰ ਰਹੇ ਹੈ ਨਾ, ਉਹਦੇ ਵਿੱਚ ਇੱਕ ਨਵੀਂ ਇੰਡਸਟਰੀ ਬਾਹਰ ਆ ਗਈ ਹੈ। ਉਹ ਇੰਡਸਟਰੀ ਦਾ ਨਾਮ ਹੈ ਈ-ਕਾਮਰਸ। ਈ-ਕਾਮਰਸ ਮਤਲਬ ਹਰ ਚੀਜ਼ ਅਸੀਂ ਆਨਲਾਈਨ ਬਾਏ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ। ਬਹੁਤ ਸਾਰੇ ਲੋਕਾਂ ਨੇ ਫੀਲ ਕੀਤਾ ਹੈ ਕਿ ਵੀ ਮੈਨੂੰ ਹੁਣ ਆਪਣੀ ਰੈਗੂਲਰ ਜੌਬ ਦੀ ਲੋੜ ਨਹੀਂ ਹੈ, ਮੈਂ ਈ-ਕਾਮਰਸ ਵੱਲ ਜਾਣਾ ਹੈ। ਜਿਸ ਤਰ੍ਹਾਂ ਸ਼ੋਪੀਫਾਈ ਤੁਹਾਨੂੰ ਪਤਾ ਕੈਨੇਡੀਅਨ ਹੈਗੀ ਹੈ, ਇਟਸ ਅ ਬਿਊਟੀਫੁਲ ਸਕਸੈਸਫੁਲ ਕੰਪਨੀ। ਹੁਣ ਬਹੁਤ ਸਾਰੇ ਲੋਕੀ ਉਹ ਕਰ ਰਹੇ ਨੇ। ਸਾਡੇ ਇੱਥੇ ਇੱਕ ਕੈਨੇਡੀਅਨ ਗਵਰਨਮੈਂਟ ਵੱਲੋਂ ਕੈਨੇਡੀਅਨ ਕੈਨ ਐਕਸਪੋਰਟ ਹੈ, ਇੱਕ ਡਿਵੀਜ਼ਨ ਹੈ ਕੈਨ ਐਕਸਪੋਰਟ। ਉਹਦੇ ਅੰਡਰ ਹੁਣ ਗਵਰਨਮੈਂਟ ਕੁਝ ਪ੍ਰੋਗਰਾਮ ਲਿਆ ਰਹੀ ਹੈ ਜੀ। ਕੈਨ ਐਕਸਪੋਰਟ ਦੇ ਬਾਰੇ ਵਿੱਚ ਅਸੀਂ ਗੱਲ ਕਰਾਂਗੇ। ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ ਆਈ ਨੂੰ ਲੈ ਕੇ ਜੀ। ਹਾਂਜੀ, ਜਿੱਦਾਂ ਮੇਰੇ ਮਮ ਕੰਮ ਕਰਦੇ ਸੀਗੇ, ਉਹਨਾਂ ਨੇ ਫਿਰ ਉਹਨਾਂ ਨੂੰ 31 ਮਾਰਚ ਨੂੰ ਲੇ ਆਫ ਮਿਲ ਗਈ। ਫਿਰ ਉਹਨਾਂ ਨੇ ਸਰਵ ਅਪਲਾਈ ਕਰਤੀ। ਤੋ ਸਰਵ ਤੋਂ ਬਾਅਦ ਫਿਰ ਉਹਨਾਂ ਨੂੰ ਉਹਨਾਂ ਦੇ ਕੰਮ ਵਾਲਿਆਂ ਨੇ ਕੰਮ ਤੋਂ ਸ਼ੋਰਟਨੈਸ ਆਫ ਵਰਕ ਕਰਕੇ ਉਹਨਾਂ ਨੇ ਟਰਮੀਨੇਟ ਕਰਤਾ। ਹੁਣ ਉਹ EI ਅਪਲਾਈ ਕਰ ਸਕਦੇ ਆ? ਦੇਖੋ, EI ਜਿਹੜੀ ਹੁੰਦੀ ਹੈ ਉਹ ਇੱਕ ਸਰਟਨ ਪੀਰੀਅਡ ਲਈ ਹੁੰਦੀ। ਜੇ ਜਿੰਨੀ ਦੇਰ ਉਹਨਾਂ ਨੇ ਸਰਵ ਲਈ ਹੈ, ਉਸ ਤੋਂ ਬਾਅਦ ਜੇ ਹਾਲੇ ਉਹਨਾਂ ਦਾ ਟਾਈਮ ਪੀਰੀਅਡ ਹੈਗਾ EI ਵਾਸਤੇ, ਸ਼ੀ ਕੈਨ ਕੰਟੀਨਿਊ ਵਿਦ, ਉਹਨਾਂ ਨੂੰ ਮਿਲ ਸਕਦੀ ਹੈ ਜੀ। ਓਕੇ, ਉਹ ਅਪਲਾਈ ਕਰ ਸਕਦੇ। ਜੀ ਹਾਂ, ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਸਰ, ਕੈਨ ਐਕਸਪੋਰਟ ਦੇ ਬਾਰੇ ਹਾਂਜੀ, ਮੈਂ ਕੈਨ ਐਕਸਪੋਰਟ ਦੀ ਗੱਲ ਕਰ ਰਿਹਾ ਸੀ। ਕੈਨ ਐਕਸਪੋਰਟ ਜਿਹੜਾ ਇੱਕ ਡਿਵੀਜ਼ਨ ਹੈ ਜਿਹੜਾ ਕਿ ਐਕਸਪੋਰਟ ਨੂੰ ਹੈਂਡਲ ਕਰਦਾ ਹੈ। ਸੋ ਉਹਦੇ ਵਿੱਚ ਹੁਣ ਪ੍ਰੋਗਰਾਮ ਲੈ ਕੇ ਗਵਰਨਮੈਂਟ ਆ ਰਹੀ ਹੈ ਜਿਹਦੇ 'ਚ ਤੁਹਾਨੂੰ ਉਹ ਮੈਕਸਿਮਮ ਸਪੋਰਟ ਦੇਣਗੇ ਐਸਟੈਬਲਿਸ਼ ਹੋਣ ਲਈ, ਕਿਉਂਕਿ ਹਰ ਬੰਦੇ ਨੂੰ ਤੇ ਚੀਜ਼ਾਂ ਦਾ ਪਤਾ ਨਹੀਂ ਹੈ। ਉਹਨਾਂ ਦੇ ਡਿਵੈਲਪਮੈਂਟ ਪ੍ਰੋਗਰਾਮਸ ਨੇ ਜਿਹਨੂੰ ਉਹ ਸਬਸਿਡਾਈਜ਼ ਕਰਨਗੇ, ਗਵਰਨਮੈਂਟ ਤੁਹਾਨੂੰ ਸਪੋਰਟ ਕਰੇਗੀ। ਇਸ ਤੋਂ ਇਲਾਵਾ ਤੁਹਾਨੂੰ ਵਰਚੁਅਲ ਟ੍ਰੇਡ ਸ਼ੋ ਆਲ ਓਵਰ ਦਾ ਵਰਲਡ ਉਹ ਤੁਹਾਨੂੰ ਉਹਨਾਂ ਨਾਲ ਕਨੈਕਟ ਕਰਨਗੇ ਤਾਂ ਕਿ ਤੁਹਾਨੂੰ ਬਾਹਰਲੀ ਇੰਟਰਨੈਸ਼ਨਲ ਮਾਰਕੀਟਾਂ ਦਾ ਪਤਾ ਲੱਗ ਸਕੇ ਜਿੱਥੇ ਤੁਸੀਂ ਆਪਣੇ ਪ੍ਰੋਡਕਟ ਨੂੰ ਵੇਚ ਸਕੋ। ਕਿਉਂਕਿ ਹੁਣ ਮੋਰ ਔਰ ਲੈਸ ਤੁਸੀਂ ਦੇਖਣਾ ਇੱਕ ਕਲਚਰ ਆ ਜਾਣਾ ਕਿ ਆਨਲਾਈਨ ਹੀ ਸਾਰਾ ਕੰਮ ਜ਼ਿਆਦਾ ਹੋਣੇ ਹੈ। ਸੋ ਉਹਨਾਂ ਵਜ੍ਹਾ ਕਰਕੇ ਗਵਰਨਮੈਂਟ ਹੋਰ ਬੜੇ ਸਾਰੇ ਪ੍ਰੋਗਰਾਮ ਇਹੋ ਜਿਹੇ ਉਲੀਕ ਰਹੀ ਹੈ ਜਿਹਦੇ ਨਾਲ ਅਸੀਂ ਤੁਹਾਨੂੰ ਇੱਕ ਨਵੀਂ ਓਪਰਚੁਨਿਟੀ ਦੇ ਸਕਦੇ ਹਾਂ। ਹੁਣ ਫਰਕ ਸਿਰਫ ਇਹ ਹੈ, ਇੱਕ ਗੱਲ ਦਾ ਖਿਆਲ ਰੱਖਣਾ, ਮੈਂ ਕਿਹਾ ਤੇ ਤੁਸੀਂ ਸੋਚੋ ਮੈਂ ਵੀ ਈ-ਕਾਮਰਸ ਕਰਨਾ। ਈ-ਕਾਮਰਸ ਕਹਿਣਾ ਬੜਾ ਸੌਖਾ ਹੁੰਦਾ ਹੈ, ਅੱਗੇ ਬੜਾ ਕੁਛ ਹੈਗਾ ਹੈ। ਇਹਦੇ ਵਿੱਚ ਤੁਹਾਨੂੰ ਇੱਕ ਤੇ ਕੰਪਿਊਟਰ ਲਿਟਰੇਟ ਹੋਣਾ ਬਹੁਤ ਜ਼ਰੂਰੀ ਹੈ, ਪਲੱਸ ਉਹਦੀ ਲੈਂਗੁਏਜ ਸਮਝਣੀ ਜ਼ਰੂਰੀ ਹੈ, ਉਹਨੂੰ ਹੈਂਡਲ ਕਰਨਾ ਜ਼ਰੂਰੀ ਹੈ। ਔਰ ਉਹਦੇ 'ਚ ਹੁੰਦਾ ਇੱਕ ਹੁੰਦਾ SEO, ਉਹਦਾ ਮਤਲਬ ਹੁੰਦਾ ਸਰਚ ਇੰਜਨ ਆਪਟੀਮਾਈਜੇਸ਼ਨ। ਉਹਦਾ ਕੀ ਹੁੰਦਾ ਹੈ ਕਿ ਅਸੀਂ ਇੱਕ ਇਹੋ ਜਿਹੇ ਤਰੀਕੇ ਨਾਲ ਅਪਰੋਚ ਕਰਨੇ ਆ ਕਿ ਗੂਗਲ ਦੇ ਵਿੱਚ ਸਾਡਾ ਨਾਮ ਸਭ ਤੋਂ ਉੱਤੇ ਆ ਜਾਏ। ਮੰਨ ਲਓ ਫੋਰ ਐਗਜ਼ਾਮਪਲ ਕੱਲ ਨੂੰ ਕੋਈ ਕਹਿੰਦਾ ਬਿਊਟੀ ਸੈਲੂਨ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਨਾਮ ਆਵੇ ਤੇ ਉਹ ਜ਼ਰੂਰੀ ਗੱਲ ਮੈਨੂੰ ਫੋਨ ਕਰੇਗਾ। ਸੋ ਕਹਿਣ ਦਾ ਮਤਲਬ there is lot of research around there। ਸੋ ਮੈਂ ਜ਼ਰੂਰ ਤੁਹਾਨੂੰ ਸਾਰਿਆਂ ਨੂੰ ਇਨਕਰੇਜ ਕਰਾਂਗਾ ਕਿ ਜੇ ਤੁਸੀਂ ਸਮਝਦੇ ਹੋ that could be your niche market, go try it out। ਕਿਉਂਕਿ ਗਵਰਨਮੈਂਟ ਜਿਹੜੇ ਬੈਨੀਫਿਟ ਲੈ ਕੇ ਆ ਰਹੀ ਹੈ, ਹਾਲੇ ਉਹਨਾਂ ਨੇ ਇਹ ਨਹੀਂ ਦੱਸਿਆ ਕਿੰਨੀ ਸਪੋਰਟ ਕਰਨਗੇ। ਹੋ ਸਕਦਾ 10% ਸਪੋਰਟ ਕਰਨ ਜਾਂ ਹੋ ਸਕਦਾ 80% ਸਪੋਰਟ ਕਰਨ। ਇਟ ਆਲ ਡਿਪੈਂਡਸ ਕਿ ਪ੍ਰੋਗਰਾਮ ਕਿਵੇਂ ਡਿਵੈਲਪ ਹੁੰਦੇ ਹੈ ਔਰ ਕਿਸ ਤਰ੍ਹਾਂ ਇੰਪਲਾਈ ਕਰਾਂਗੇ ਅਸੀਂ। So keep it there. It's another window. Try it out. If there is something for you, hey, God bless you. Why not? So ਇਸ ਨੋਟ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਜ਼ਰੂਰ ਕਹਾਂਗਾ, ਇਹ ਜਿਹੜੀਆਂ ਛੋਟੀਆਂ ਅਸੀਂ ਗੱਲਾਂ ਕਰ ਰਹੇ ਹਾਂ ਤੁਹਾਡੇ ਨਾਲ, ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ। ਇਹਨਾਂ ਨੂੰ ਪੱਲੇ ਬੰਨੋ ਤੇ ਪਲੱਸ ਆਪਣੀ ਜਿਹੜੀ ਡਿਊਟੀ ਹੈ ਕੋਵਿਡ ਵਾਸਤੇ ਅਸੀਂ ਸਾਰੇ ਪੂਰੇ ਇਮਾਨਦਾਰੀ ਨਾਲ ਨਿਭਾਈਏ। ਅਸੀਂ ਕੋਸ਼ਿਸ਼ ਕਰੀਏ ਕਿ ਜਿੰਨਾ ਵੀ ਅਸੀਂ ਗਵਰਨਮੈਂਟ ਦੇ ਹੱਥ ਪੱਕੇ ਕਰ ਸਕੀਏ ਆਪਣੇ ਆਪ ਨੂੰ ਦੂਰ ਰੱਖ ਕੇ, ਉਹ ਅਸੀਂ ਬਹੁਤ ਜ਼ਰੂਰ ਕਰੀਏ। ਐਂਡ ਸਪੈਸ਼ਲੀ ਜਿਹੜੇ ਭੈਣ ਭਰਾ, ਮੈਂ ਤੁਹਾਨੂੰ ਹੱਥ ਜੋੜ ਕੇ ਇਸ ਲਈ ਕਹਿ ਰਿਹਾ, ਜਿਹੜੇ ਤੁਹਾਡੇ ਘਰ 'ਚ ਵਿਆਹ ਸ਼ਾਦੀਆਂ ਉਹਨੂੰ ਤੁਸੀਂ ਆਪਣੀ ਫੈਮਿਲੀ ਤੱਕ ਹੀ ਰੱਖੋ। ਪਲੀਜ਼ ਗੈਸਟ ਨਾ ਬੁਲਾਓ ਕਿ ਬਾਹਰੋਂ 50 ਬੰਦਾ 100 ਬੰਦਾ ਬੁਲਾਈਏ ਤਾਂ ਕਿ ਇਹ ਚੀਜ਼ ਹੋਰ ਫੈਲੇ। ਸੋ ਇਹਨਾਂ ਛੋਟੇ ਨੋਟਸ ਦੇ ਉੱਤੇ ਪਲੀਜ਼ ਟੇਕ ਕੇਅਰ ਆਫ ਯੋਰਸੈਲਫ। ਬਿਲਕੁਲ ਸਰ। ਤੇ ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਅਜੇ ਵੀ ਸਾਨੂੰ ਕਾਲ ਕਰ ਰਹੇ ਸੀ ਤੇ ਉਹਨਾਂ ਦੀ ਕਾਲਸ ਅਸੀਂ ਅਟੈਂਡ ਨਹੀਂ ਕਰ ਪਾ ਰਹੇ, ਜੇ ਤੁਸੀਂ ਕਲਸੀ ਜੀ ਨਾਲ ਡਾਇਰੈਕਟ ਗੱਲ ਕਰਨਾ ਚਾਹੁੰਦੇ ਹੋ, ਅਸੀਂ ਚਾਹਾਂਗੇ ਆਪਣਾ ਫੋਨ ਨੰਬਰ। ਹਾਂਜੀ, ਜੇ ਤੇ ਤੁਸੀਂ ਮੰਨ ਲਓ ਐਡਮਿੰਟਨ, ਕੈਲਗਰੀ, ਬਾਹਰ ਕੈਨੇਡਾ ਤੋਂ ਬਾਹਰ ਕਿਤੇ ਵੀ ਫੋਨ ਕਰ ਰਹੇ ਹੋ, ਮੇਰਾ ਟੋਲ ਫ੍ਰੀ ਨੰਬਰ ਹੈ 1-866-790-8984। ਜੇ ਤੁਸੀਂ ਲੋਕਲ ਕਰ ਰਹੇ ਹੋ 905-790-8984। ਜਾਂ ਜਿਹੜੇ ਸਾਡੇ ਭੈਣ ਭਰਾ ਕੰਪਿਊਟਰ ਲਿਟਰੇਟ ਨੇ, ਤੁਸੀਂ www.bscc.ca Charlie Apple। So overall www.bscc.ca
bscc.ca ਤੇ ਜਾ ਕੇ ਤੁਸੀਂ ਸਾਡੇ ਵੈਬਸਾਈਟ ਤੇ ਲੌਗ ਆਨ ਕਰਕੇ ਮੈਨੂੰ ਜਿਹੜੇ ਮਰਜ਼ੀ ਸਵਾਲ ਆਨਲਾਈਨ ਪੁੱਛੋ, ਮੈਂ ਜ਼ਰੂਰ ਤੁਹਾਨੂੰ ਉਹਦਾ ਜਵਾਬ ਦਾਂਗਾ। ਮਕਸਦ ਸਾਡਾ ਇੱਥੇ ਆਉਣ ਦਾ ਸਿਰਫ ਇੰਨਾ ਹੀ ਹੁੰਦਾ ਹੈ ਕਿ ਅਸੀਂ ਤੁਹਾਨੂੰ ਘਰ ਬੈਠੇ ਤੁਹਾਨੂੰ ਇਤਲਾਹ ਦੇ ਸਕੀਏ, ਤੁਹਾਨੂੰ ਹਰ ਇਨਫੋਰਮੇਸ਼ਨ ਦੇ ਸਕੀਏ ਜਿਹੜੀ ਤੁਹਾਡੇ ਲਈ ਨਿਹਾਇਤ ਜ਼ਰੂਰੀ ਹੈ। ਸੋ ਕੀਪ ਇਨ ਮਾਈਂਡ ਆਈ ਐਮ ਜਸਟ ਅ ਵਨ ਫੋਨ ਕਾਲ ਅਵੇ। ਤੇ ਤੁਸੀਂ ਫੋਨ ਆਏਗਾ, ਅਸੀਂ ਤੁਹਾਨੂੰ ਮੈਕਸਿਮਮ ਐਡਵਾਈਸ ਦੇ ਕੇ ਤੁਹਾਨੂੰ ਅਸੀਂ ਤਸੱਲੀ ਦੇ ਸਕਦੇ ਹਾਂ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਚ ਆਉਣ ਲਈ ਤੇ ਥੈਂਕ ਯੂ ਤਰਨਜੀਤ ਜੀ ਫॉर ਹੈਵਿੰਗ ਮੀ। ਸੋ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੈਸਾ ਤੇ ਲਾ, ਤੇ ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਪਰ ਕਿਤੇ ਜਾਇਓ ਨਾ ਕਿਉਂਕਿ ਮਰਗਿੰਨਾ ਜੀ ਹਾਜ਼ਰ ਹੋ ਰਹੇ ਨੇ ਲੈ ਕੇ ਉਹਨਾਂ ਦਾ ਆਪਣਾ ਲਾਈਵ ਪ੍ਰੋਗਰਾਮ, ਜਿਹਦੇ ਉੱਤੇ ਗੱਲਬਾਤ ਕਰਾਂਗੇ ਹੁਣ ਤੱਕ ਦੇ ਲੇਟੈਸਟ ਇਸ਼ੂਜ਼ ਦੇ ਉੱਤੇ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।